ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਪ੍ਰੋਗਰਾਮ ਕੌਮੀ ਮੁੱਦੇ ਦੇ ਵਿੱਚ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਾਰ ਸੇਵਾ ਦੇ ਉੱਤੇ। ਕਾਰ ਸੇਵਾ ਕੀ ਹੈ, ਇਹਦਾ ਸ਼ਬਦੀ ਅਰਥ ਜਿਹੜਾ ਆ ਉਹ ਕੀ ਹੈ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪੀਤ ਸਿੰਘ ਜੀ ਪੱਟੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਆ ਤੇ ਪ੍ਰੋਗਰਾਮ ਦੀ ਕਰਦੇ ਆ ਸ਼ੁਰੂਆਤ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਕਾਰ ਸੇਵਾ ਦੇ ਜਿਹੜੇ ਸ਼ਬਦਿਕ ਅਰਥ ਆ ਉਹ ਕੀ ਹੈਗੇ? ਕਾਰ ਸੇਵਾ ਦਾ ਮਤਲਬ ਕੀ ਹੈ? ਵੇਖੋ ਜੀ, ਕਾਰ ਸੇਵਾ ਜਿਹੜੇ ਦੋਵੇਂ ਲਫ਼ਜ਼ ਜਿਹੜੇ ਇਹ ਫਾਰਸੀ ਲਫ਼ਜ਼ ਨੇ ਜੀ। ਕਾਰ ਦਾ ਮਤਲਬ ਕੰਮ ਜੀ ਤੇ ਸੇਵਾ ਦਾ ਮਤਲਬ ਖਿਦਮਤ, ਜੀ, ਉਪਾਸਨਾ, ਤਰੀਕਾ, ਜੀ, ਕੰਮ ਕਰਨ ਦਾ ਤਰੀਕਾ, ਜੀ, ਕੰਮ ਕਰਕੇ ਕਿਸੇ ਦੀ ਖਿਦਮਤ ਕਰਨੀ। ਜੀ। ਤੇ ਖਿਦਮਤ ਜਿਹੜੀ ਉਹ ਪੈਸੇ ਲੈ ਕੇ ਨਹੀਂ ਹੁੰਦੀ। ਜੀ। ਖਿਦਮਤ ਜਿਹੜੀ ਆ ਉਹ ਨਿਸ਼ਕਾਮ ਸੇਵਾ ਹੁੰਦੀ ਹੈ। ਜੀ। ਤੇ ਇਸ ਕਰਕੇ ਕਾਰ ਸੇਵਾ ਦਾ ਲਫ਼ਜ਼ ਜਿਹੜਾ ਸੀ ਫਾਰਸੀ ਸ਼ਬਦਾਂ ਤੋਂ ਲਿਆ ਗਿਆ ਸੀਗਾ। ਜੀ। ਤੇ ਜਦੋਂ ਤੋਂ ਇਹ ਸ਼ੁਰੂ ਹੋਈ ਹੈ ਕਾਰ ਸੇਵਾ, ਉਦੋਂ ਤੋਂ ਹੀ ਇਹਨੂੰ ਕਾਰ ਸੇਵਾ ਕਿਹਾ ਜਾਂਦਾ ਵਾ। ਜੀ। ਇਹਦਾ ਕੋਈ ਜਿਹੜਾ ਇਹਦੇ ਮੁਕਾਬਲੇ 'ਚ ਕੋਈ ਹੋਰ ਜਿਹੜਾ ਸ਼ਬਦ ਸਾਹਮਣੇ ਨਹੀਂ ਆਇਆ। ਜੀ। ਪੱਟੀ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਨਿਸ਼ਕਾਮ ਸੇਵਾ ਦੀ ਗੱਲ ਕੀਤੀ ਤੁਸੀਂ, ਅੱਜ ਮੈਨੂੰ ਲੱਗਦਾ ਨਹੀਂਗਾ ਕਿ ਨਿਸ਼ਕਾਮ ਰਹਿ ਗਈ। ਜਿੰਨੇ ਪੈਸੇ ਕਿਸੇ ਬਿਲਡਿੰਗ ਦੇ ਉੱਤੇ ਲੱਗਦੇ ਉਸ ਤੋਂ ਡਬਲ ਜਿਹੜੇ ਆ ਇਕੱਠੇ ਕਰ ਲਏ ਜਾਂਦੇ ਆ। ਸਿੱਖ ਸੱਭਿਆਚਾਰ ਅਮੀਰ, ਸਿੱਖ ਅਮੀਰ, ਸਿੱਖ ਦੀ ਰਹਿਣੀ ਅਮੀਰ, ਸਿੱਖ ਦੀ ਬਹਿਣੀ ਅਮੀਰ। ਜੀ। ਸਿੱਖ ਜਿਹੜਾ ਵਾ ਸਾਰੇ ਪਾਸਿਓਂ ਤੋਂ ਅਮੀਰ। ਜੀ। ਪਹਿਲੀ ਗੱਲ ਤੇ ਕੋਈ ਮੰਗਤਾ ਤੁਹਾਨੂੰ ਸਿੱਖ ਨਹੀਂ ਲੱਭੇਗਾ। ਜੇ ਕਿਤੇ ਮਿਲੇਗਾ ਤੇ ਕੋਈ ਟਾਵਾਂ ਟੂਆਂ ਕਿਤੇ ਹੋਊਗਾ, ਜਿਹੜਾ ਕਿਤੇ ਕਨਵਰਟਡ ਸਿੱਖ ਹੋਊਗਾ, ਜਿਹੜਾ ਜੱਦੀ ਪੁਸ਼ਤੀ ਸਿੱਖ ਪਰਿਵਾਰ 'ਚੋਂ ਮੰਗਤੇ ਨਹੀਂ ਲੱਭਣੀ ਤੁਹਾਨੂੰ। ਜੀ। ਖੈਰ ਅੱਜ ਕੱਲ੍ਹ ਸਰਕਾਰਾਂ ਨੂੰ ਮੰਗਤੇ ਬਣਾਤਾ, ਵੱਖਰੀ ਗੱਲ ਆ, ਲੇਕਿਨ ਸਿੱਖ ਜਿਹੜਾ ਮੰਗਤਾ ਨਹੀਂ ਹੈਗਾ। ਜੀ। ਤੇ ਸਿੱਖਾਂ ਦੇ ਵਿੱਚ ਦਾਨ ਦੇਣ ਦੀ ਬੜੀ ਵੱਡੀ ਪਰੰਪਰਾ ਵਾ। ਗੁਰੂ ਨਾਨਕ ਪਾਤਸ਼ਾਹ ਸ਼ੁਰੂ ਕੀਤੀ ਗਈ ਦਸਵੰਧ ਦੀ। ਜੀ। ਆਮ ਤੌਰ ਤੇ ਸਾਡੇ ਵਿਦਵਾਨ ਲੋਕ, ਸਿਆਣੇ ਲੋਕ ਕਹਿੰਦੇ ਨੇ ਜੀ ਵੀ ਬਾਬੇ ਨਾਨਕ ਨੇ ਜਿਹੜਾ 20 ਰੁਪਈਆਂ ਦਾ ਜਿਹੜਾ ਅਸੀਂ ਵਪਾਰ ਕੀਤਾ ਸੀਗਾ, ਅੱਜ ਸਿੱਖ ਕੌਮ ਨਹੀਂ ਸਾਰੀ ਦੁਨੀਆ ਉਹਦਾ ਵਿਆਜ ਖਾ ਰਹੀ ਹੈ। ਬਿਲਕੁਲ, ਉਹਦੇ ਵਿਆਜ ਤੇ ਅਸੀਂ ਪੜ ਰਹੇ ਹਾਂ। ਜੀ। ਤੇ ਅੱਜ ਵੀ ਤੁਸੀਂ ਜਦੋਂ ਕਿਤੇ ਕਾਰ ਸੇਵਾ ਤੁਸੀਂ ਆਮ ਤੌਰ ਤੇ ਚਲੇ ਜਾਓ, ਕੋਈ ਹੋਰ ਕਮਿਊਨਿਟੀ ਹੋਵੇ, ਮੈਂ ਕਿਸੇ ਨਾਂ ਨਹੀਂ ਲੈਂਦਾ ਜੀ, ਉਹਨਾਂ ਨੂੰ ਕਹੋ ਜੀ ਇੱਥੇ ਅਸੀਂ ਮੰਦਿਰ ਬਣਾਉਣਾ ਜੀ, ਇੱਥੇ ਚਰਚ ਪਾਉਣੀ ਜੀ, ਇੱਥੇ ਮਸਜਿਦ ਪਾਉਣੀ ਆ, ਤੇ ਉਹ ਲੁਕਣ ਦੀ ਛੱਡੋ ਯਾਰ ਕੀ ਕਰਨਾ। ਜੇ ਕੋਈ ਜੀ ਕਲੱਬ ਬਣਾਉਣਾ, ਤੁਹਾਨੂੰ ਬੜੀ ਵੱਡੀ ਮੋਟੀਆਂ ਮੋਟੀਆਂ ਰਕਮਾਂ 'ਚੋਂ ਦੇ ਦੇਣਗੇ, ਚੱਲ ਜਾ ਸ਼ਾਮੀ ਆ ਕੇ ਬੈਠਿਆ ਕਰਾਂਗੇ, ਪੈਗ ਵੀ ਲਾਇਆ ਕਰਾਂਗੇ, ਗੱਲਾਂ ਬਾਤਾਂ ਮਾਰਿਆ ਕਰਾਂਗੇ, ਪਰਿਵਾਰ ਲੈ ਕੇ ਪ੍ਰਸ਼ਾਦਾ ਛਕਿਆ ਕਰਾਂਗੇ। ਸਿੱਖ ਧਰਮ ਦੀ ਉਲਟ। ਜੀ। ਸਿੱਖ ਧਰਮ ਦੇ ਵਿੱਚ ਜਦੋਂ ਕੋਈ ਕਹਿੰਦਾ ਇੱਥੇ ਗੁਰਦੁਆਰਾ ਬਣਾਉਣਾ ਜੀ ਆਪਾਂ, ਉਹ ਕਹਿੰਦੇ ਅੱਛਾ ਦੱਸੋ ਮੈਨੂੰ ਸੇਵਾ ਕੀ ਲਾਉਣੀ। ਲੋਕ ਕਹਿੰਦੇ ਮੈਨੂੰ ਸੇਵਾ ਕੀ ਲਾਉਣੀ, ਦੱਸੋ ਦੱਸੋ ਮੈਨੂੰ ਸੇਵਾ ਕੀ ਲਾਉਣੀ, ਮੈਂ ਕਿੰਨੇ ਪੈਸੇ ਲਾਉਂਦੇ ਆ। ਜੀ। ਇਹੋ ਜਿਹੇ ਲੋਕ ਸਿੱਖ ਧਰਮ 'ਚ ਹੈਗੇ ਨੇ। ਜੀ। ਜਿਹੜੇ ਉਹ ਆਪਣੀ ਜਿਹੜੀ ਸੀ ਇੱਕ ਦਸਵੰਧ ਦੇਣਾ ਜਿਹੜਾ ਵਾ ਆਪਣਾ ਮੈਂ ਡਿਊਟੀ ਸਮਝਦੇ ਨੇ। ਜੀ। ਤੇ ਹੈ ਵੀ ਹੈ ਕਿ ਜਦੋਂ ਵੀ ਸਾਨੂੰ ਬਾਬੇ ਨਾਨਕ ਨੇ ਕਹਿ ਦਿੱਤਾ ਵੀ ਤੁਸੀਂ ਆਪਣੀ ਕਿਰਤ ਕਮਾਈ ਦੇ ਵਿੱਚ ਦਸਵੰਧ ਕੱਢ ਕੇ ਗਰੀਬਾਂ ਦੀ, ਲੋੜਵੰਦਾਂ ਦੀ, ਮਜਲੂਮਾਂ ਦੀ ਸੇਵਾ ਕਰਨੀ। ਜੀ। ਜੀ। ਇਹਦਾ ਸੰਕਲਪ ਜਿਹੜਾ ਹੈ, ਸੰਕਲਪ ਸੇਵਾ ਦੇ ਉਹੀ ਹੈ ਜੀ। ਕਾਰ ਸੇਵਾ ਦਾ ਸੰਕਲਪ ਇਹੋ ਹੀ ਆ ਵੀ ਗੁਰਦੁਆਰਿਆਂ ਦਾ ਜਿਹੜਾ ਸੀ ਸੁਧਾਰ ਕਰਨਾ। ਜੀ। ਜਿਹੜੇ ਕੋਈ ਭੱਜ ਟੁੱਟ ਗਈ ਉਹਨੂੰ ਠੀਕ ਕਰਨਾ। ਜੀ। ਤੇ ਵਿਰਾਸਤ ਨੂੰ ਸੰਭਾਲਣਾ। ਜੀ। ਜੇ ਇਹਨਾਂ ਦੇ ਕਾਰ ਸੇਵਾ ਦੇ ਪਿਛੋਕੜ ਚੱਲ ਜੀਏ, ਜੀ, ਮੈਂ ਥੋੜਾ ਜਿਹਾ ਹੋਰ ਤੁਹਾਨੂੰ ਲੈ ਜਾਵਾਂ ਪਿੱਛੇ ਇਹਦੇ। ਜੀ। ਵੀ ਇੱਕ ਬਾਬਾ ਬੀਰਮਦਾਸ ਜੀ ਹੋਏ ਨੇ ਪਟਿਆਲੇ ਦੇ। ਜੀ। ਬਾਬਾ ਬੀਰਮਦਾਸ ਬਾਰੇ ਜਿਹੜੀ ਦੰਦ ਕਥਾ ਮੈਂ ਤੁਹਾਨੂੰ ਉਹ ਦੱਸਣ ਲੱਗਾ ਵਾ, ਜਿਹੜਾ ਮੈਨੂੰ ਕੁਛ ਜਿਹੜੀ ਆ ਲਿਖਤੀ ਪੜਤੀ ਦੀ ਕੋਈ ਰਿਕਾਰਡ ਹੈ ਨਹੀਂ। ਜੀ। ਲੇਕਿਨ ਜੋ ਉੱਥੇ ਸੁਣਨ 'ਚ ਆਇਆ, ਬਾਬਾ ਬੀਰਮਦਾਸ ਜੀ ਅੱਛੇ ਘਰਾਣੇ ਤੋਂ ਲਟਕੇ ਸੀਗੇ। ਜੀ। ਲੇਕਿਨ ਧਿਆਨ ਹਮੇਸ਼ਾ ਜਿਹੜਾ ਸੀ ਉਹਨਾਂ ਦਾ ਰੱਬ ਦੀ ਭਗਤੀ 'ਚ ਹੁੰਦਾ ਸੀ। ਜੀ। ਇੱਕ ਦਿਨ ਕੀ ਹੋਇਆ ਵੀ ਬਾਬਾ ਬੀਰਮਦਾਸ ਜੀ ਜਾ ਰਹੇ ਸੀ। ਜੀ। ਤੇ ਜਦੋਂ ਜਾ ਰਹੇ ਸੀ ਤੇ ਉਹਨਾਂ ਨੇ ਰਸਤੇ ਦੇ ਵਿੱਚ ਪਿਆਸ ਲੱਗੀ। ਕੁਝ ਮਟਿਆਰਾਂ ਜਿਹੜੀਆਂ ਸੀ ਉਹ ਖੂਹ ਤੋਂ ਪਾਣੀ ਭਰ ਰਹੀਆਂ ਸੀ। ਜੀ। ਤੇ ਉਹਨਾਂ ਨੇ ਭਗਵੇਂ ਕੱਪੜੇ ਪਾਏ ਤੇ ਜਾ ਰਹੇ ਸੀ ਤੇ ਉਹਨਾਂ ਮਟਿਆਰਾਂ ਨੂੰ ਕਿਹਾ ਬੀਬੀ ਮੈਨੂੰ ਜਲ ਛਕਾਇਓ ਜਾਈ। ਜੀ। ਉਹਨਾਂ ਪਾਣੀ ਪਿਆਉਣ ਤੋਂ ਬਾਅਦ ਜਦੋਂ ਬਾਬੇ ਤੁਰੇ ਤੇ ਉੱਥੋਂ ਨਿਕਲ ਕਹਿਤੀ ਵੀ ਉਸ ਕਹਿਤਾ ਵੀ ਇਹ ਵੇ ਸਾਧ ਕਿੱਡਾ ਫਿੱਟਿਆ ਪਿਆ ਜੀ, ਤੇ ਕਿੱਡਾ ਉੱਚਾ ਲੰਮਾ ਹੈਗਾ, ਕਿੱਡਾ ਸੋਹਣਾ ਹੀ, ਤੇ ਕਿਹੜੇ ਪਾਸੇ ਪਿਆ ਜੀ। ਇਹਨੂੰ ਕੀ ਪਤਾ ਰੱਬ ਕੀ ਹੁੰਦਾ। ਜੀ। ਇਹ ਰੱਬ ਦੀ ਤੂੰ ਕੀ ਭਗਤੀ ਕਰੂਗਾ, ਕੀ ਸੰਦੇਸ਼ ਕਰੂਗਾ। ਤੇ ਬਾਬਾ ਬੀਰਮਦਾਸ ਨੂੰ ਉਹ ਗੱਲ ਜਿਹੜੀ ਬੜੀ ਚੁਭੀ। ਜੀ। ਉਸ ਤੋਂ ਪਹਿਲਾਂ ਉਹ ਕਈ ਬਾਬਿਆਂ ਕੋਲੇ ਗਏ, ਲੇਕਿਨ ਕਿਤੋਂ ਉਹਨਾਂ ਨੂੰ ਕੋਈ ਬਹੁਤਾ ਸੰਤੁਸ਼ਟੀਜਨਕ ਜਿਹੜਾ ਸੀ ਉਹ ਗਿਆਨ ਨਹੀਂ ਮਿਲਿਆ। ਜੀ। ਬਾਬਾ ਬੀਰਮਦਾਸ ਨੇ ਆਪਣੇ ਕੱਪੜੇ ਸਾਰੇ ਪਾੜਤੇ। ਜੀ।
ਅਲਫ ਨੰਗੇ ਹੋ ਗਏ ਤੇ ਉੱਥੋਂ ਸਿੱਧੇ ਘਰ ਨਹੀਂ ਗਿਆ, ਕਿਤੇ ਨਹੀਂ ਗਏ, ਸਿੱਧੇ ਜੰਗਲ ਚਲੇ ਗਏ ਜੀ। ਜੰਗਲ ਜਾ ਕੇ ਲੱਕੜਾਂ ਇਕੱਠੀਆਂ ਕੀਤੀਆਂ, ਅੱਗ ਬਾਲੀ, ਨੰਗੇ ਉਹਦੇ ਕੋਲ ਜਿਹੜੀ ਸੀ ਭਗਤੀ ਸ਼ੁਰੂ ਕਰ ਦਿੱਤੀ। ਕਾਫੀ ਲੰਮਾ ਸਮਾਂ ਜਿਹੜਾ ਸੀ ਇੱਕ ਬੀਬੀ ਜਿਹੜੀ ਸੀ ਉਹਨਾਂ ਨੂੰ ਇੱਕ ਲੰਗਰ ਪਾਣੀ ਛਕਾਉਂਦੀ ਰਹੀ ਤੇ ਉਹਨੂੰ ਉਹਨਾਂ ਨੇ ਕਿਹਾ, ਬੀਬੀ ਤੂੰ ਮੇਰੇ ਕੋਲ ਨਹੀਂ ਆਉਣਾ, ਤੂੰ ਲੰਗਰ ਪਾਣੀ ਇੱਥੋਂ ਘੱਟੋ ਘੱਟ ਇੱਕ ਡੇਢ ਕਿੱਲਾ ਪਿੱਛੇ ਰੱਖ ਕੇ ਚੱਲ ਜਾਇਆ ਕਰ, ਮੈਂ ਆਪੇ ਚੁੱਕ ਮੇਰੇ ਕੋਲ ਨਹੀਂ ਤੂੰ ਆਉਣਾ। ਲੇਕਿਨ ਜਦੋਂ ਬੀਬੀ ਆਉਂਦੀ ਸੀ ਉਹ ਆਪਣਾ ਢੱਕ ਲੈਂਦੇ ਸੀ, ਕਿਸੇ ਲੱਕੜਾਂ ਜਾਂ ਪੱਤਿਆਂ ਨਾਲ ਢੱਕ ਲੈਂਦੇ ਸਰੀਰ ਆਪਣੇ। ਸਮਾਂ ਬੀਤਿਆ, ਬਾਬਾ ਜਿਹੜੇ ਗੁਰਮੁਖ ਸਿੰਘ ਸੀਗੇ ਉਹ ਵੀ ਭਗਤੀ ਸ਼ਕਤੀ ਵਾਲੇ ਬੰਦੇ ਸੀਗੇ। 5 ਸਾਲਾਂ ਦੇ ਸੀ ਜਦੋਂ ਉਹ ਨਿਤਨੇਮ ਕਰਨਾ ਸ਼ੁਰੂ ਕਰਤਾ। ਉਹਨਾਂ ਨੇ ਪੜ੍ਹਾਈ ਕੀਤੀ, ਗੁਰਦੁਆਰੇ ਸਿੱਖਿਆ, ਉਹਨਾਂ ਦੇ ਕੁਝ ਮੁਸਲਮਾਨ ਤੇ ਕੁਝ ਹਿੰਦੂ ਜਿਹੜੇ ਸੀ ਗੁਰੂ ਵੀ ਰਹੇ ਜਿਨ੍ਹਾਂ ਨੇ ਪੜ੍ਹਨਾ ਲਿਖਣਾ ਸਿਖਾਇਆ ਉਹਨਾਂ ਨੂੰ। ਤੇ ਬਾਬਾ ਗੁਰਮੁਖ ਸਿੰਘ ਹੋਰੀ ਵੀ ਜਿਹੜੇ ਸੀ ਬੜੇ ਸਾਧੂ ਮਹੰਤਾਂ ਕੋਲੇ ਗਏ, ਲੇਕਿਨ ਉਹਨਾਂ ਨੂੰ ਕਿਤੋਂ ਵੀ ਕੋਈ ਸੰਤੁਸ਼ਟੀ ਨਹੀਂ ਹੋਈ ਉਹਨਾਂ ਦੀ। ਅਖੀਰ ਦੇ ਉੱਤੇ ਉਸੇ ਕਿਹਾ ਵੀ ਇੱਕ ਜੰਗਲ ਦੇ ਵਿੱਚ ਸਾਧੂ ਤੁਰੇ ਫਿਰਦਾ, ਤੂੰ ਉਹਦੇ ਕੋਲ ਚੱਲ ਜਾ। ਤੇ ਬਾਬੇ ਬੀਰਮਦਾਸ ਜੀ ਜਿਹੜੀ ਜੀ ਸੁਭਾਅ ਸੀ ਉਹੀ ਜਿਹੜੇ ਕੱਪੜੇ ਪਾੜੇ ਸੀ ਗੁੱਸੇ 'ਚ ਉਸੇ ਸੁਭਾਅ ਸੀ ਜੀ। ਜਦੋਂ ਬਾਬਾ ਗੁਰਮੁਖ ਸਿੰਘ ਹੋਰਾਂ ਕੋਲ ਗਏ ਤੇ ਉਹਨਾਂ ਨੇ ਫੜ ਕੇ ਚੋਹ ਕੱਢਿਆ, ਉਹਦੇ ਵਿੱਚ 5-7 ਜੜਿਆ ਚੋਰ ਮਾਰਤੇ, ਮੂੰਹ ਤੇ ਮਾਰਤੇ, ਫਿਰ ਲੋਹ ਵਗ ਪਿਆ। ਜਦੋਂ ਉਹਨਾਂ ਵੇਖਿਆ ਵੀ ਬੜਾ ਸ਼ਾਂਤਚਿੱਤ ਬੰਦਾ ਖੜਾ ਵਾ ਤੇ ਬਾਬਾ ਬੀਰਮਦਾਸ ਜੀ ਨੇ ਉਹਨੂੰ ਜੱਫੀ 'ਚ ਲਿਆ। ਜੱਫੀ 'ਚ ਲੈ ਕੇ ਫਿਰ ਉਹਨਾਂ ਦਾ ਚਿਹਰਾ ਮੋਹਰਾ ਆਪ ਸਾਫ਼ ਕੀਤਾ। ਸਾਫ਼ ਕਰਨ ਤੋਂ ਕਿਹਾ, ਲੈ ਵੀ ਤੂੰ ਅੱਜ ਤੋਂ ਮੇਰੇ ਨਾਲ ਰਹਿ ਕਰ, ਇੱਥੇ ਆਪਾਂ ਇੱਥੇ ਭਗਤੀ ਕਰਾਂਗੇ। ਕਾਫੀ ਲੰਮਾ ਸਮਾਂ ਉਹਨਾਂ ਭਗਤੀ ਕੀਤੀ। ਇਹ ਵੀ ਕਿਹਾ ਜਾਂਦਾ ਵੀ ਜਿਹੜੇ ਉਹ ਬਾਬਾ ਬੀਰਮਦਾਸ ਸੀ ਉਹਨਾਂ ਨੂੰ ਗਿਆਨ ਸੀ, ਕਾਫੀ ਵੱਡਾ ਗਿਆਨ ਸੀ ਉਹਨਾਂ ਨੂੰ, ਜਿਹੜੀ ਗੱਲ ਮੂੰਹ ਕੱਢਦੇ ਸੀ ਉਹ ਪੂਰੀ ਹੋ ਜਾਂਦੀ ਸੀ। ਫਿਰ ਬਾਬਾ ਬੀਰਮਦਾਸ ਦੀ ਜਿਹੜੀ ਸੇਵਾ ਸੀ ਉਹ ਬਾਬਾ ਗੁਰਮੁਖ ਸਿੰਘ ਕਾਫੀ ਦੇਰ ਕਰਦੇ, ਪ੍ਰਸ਼ਾਦਾ ਬਣਾ ਕੇ ਛਕਾਉਂਦੇ ਰਹੇ, ਉਹਨਾਂ ਨਾਲ ਜਿਹੜੀ ਸੀ ਭਗਤੀ ਵੀ ਕਰਦੇ ਰਹੇ। ਤੇ ਬਾਬਾ ਬੀਰਮਦਾਸ ਦੇ ਕੋਲੋਂ ਇਹ ਵੀ ਕਿਹਾ ਜਾਂਦਾ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ, ਇਹਨਾਂ ਦੇ ਜੀਜਾ ਜੀ ਆ ਜਾਂ ਫੁੱਫੜ ਜੀ, ਮੈਨੂੰ ਯਾਦ ਨਹੀਂ, ਰਾਜਾ ਕਰਨ ਸਿੰਘ ਜਿਹੜੇ ਹੈਗੇ ਸੀ ਜੰਮੂ ਕਸ਼ਮੀਰ ਦੇ, ਉਹਨਾਂ ਦੇ ਘਰ ਬੇਟਾ ਕੋਈ ਨਹੀਂ ਸੀ, ਬੱਚਾ ਕੋਈ ਨਹੀਂ ਸੀ। ਉਹਨਾਂ ਨੂੰ ਕਿਸੇ ਕਿਹਾ, ਬਾਬੇ ਬੀਰਮਦਾਸ ਕੋਲ ਜੰਗਲ ਜਾਓ ਤੁਸੀਂ। ਉਹ ਜਦੋਂ ਗਏ ਤੇ ਉਹਨਾਂ ਨੇ ਚੋਹ ਕੱਢਿਆ ਤੇ ਉਹਦੇ ਟਿਕਾ ਕੇ ਜੜ ਦਿੱਤਾ। ਇੱਕ ਇੱਥੇ ਮੁੰਡੇ ਲੱਭਦਾ ਫਿਰਦਾ ਹੈ, ਵੱਡਾ ਮੁੰਡੇ ਇੱਥੇ ਮੁੰਡੇ ਮਿਲਦੇ ਆ। ਤੇ ਜਦੋਂ ਉਹ ਦੂਜਾ ਚੋਹ ਮਾਰਨ ਲੱਗੇ ਤੇ ਉਹਦੇ ਗਨਮੈਨ ਨੇ ਫੜ ਲਿਆ। ਕਹਿੰਦੇ ਜਾ ਕੇ ਜੇ ਜੋ ਤੇਰੇ ਜੋ ਵੱਜ ਜਾਂਦੇ ਤੇ 2 ਬੇਟੇ ਹੋਣੇ ਸੀ, ਜਾਂ 1 ਬੇਟਾ ਹੋਊਗਾ, ਤੇ ਉਹਦੇ ਘਰ ਬੇਟਾ ਹੋਇਆ। ਇਹ ਚਰਚਾ ਨੇ, ਮੈਂ ਨਹੀਂ ਇਹ ਗੱਲ ਦੇ, ਚਰਚਾ ਨੇ। ਤੇ ਬਾਬਾ ਬੀਰਮਦਾਸ ਨੂੰ ਜਦੋਂ ਇਹ ਸਰੋਵਰ ਪੂਰਨ ਦੀ ਗੱਲ ਕੀਤੀ ਗਈ, ਸਰੋਵਰ ਸੰਤੋਖ ਸਾਹਿਬ ਸਰੋਵਰ ਜਿਹੜੀ ਪੂਰਨ ਦੀ ਗੱਲ ਕੀਤੀ ਗਈ, ਤੇ ਭਾਖਿਆ ਹੋਈ ਵੀ ਹੁਣ ਕੋਈ ਇੱਥੇ ਤੁਸੀਂ ਆਪਣਾ ਬੰਦਾ ਭੇਜੋ ਜਾ ਕੇ ਗੁਰੂ ਘਰ ਦੀ ਸੇਵਾ ਕਰਾਵੇ। ਉਦੋਂ ਫਿਰ ਬਾਬੇ ਗੁਰਮੁਖ ਸਿੰਘ ਨੂੰ ਤਿਆਰ ਬਾਰ ਕਰਕੇ ਭੇਜਿਆ ਵੀ ਭਾਈ ਤੂੰ ਜਾ ਅੰਮ੍ਰਿਤਸਰ ਜਾ ਕੇ ਸਰੋਵਰ ਦੀ ਸੇਵਾ ਕਰਾ। ਬਾਬਾ ਗੁਰਮੁਖ ਸਿੰਘ ਕਹਿੰਦੇ ਮੈਨੂੰ ਜਾਣਦਾ ਕੋਈ ਨਹੀਂ, ਕਹਿੰਦੇ ਤੂੰ ਜਾ ਸਹੀ, ਤੈਨੂੰ ਉੱਥੇ ਜਿਹੜੇ ਆ ਉਹ ਸੰਗਤਾਂ ਜਿਹੜੀਆਂ ਵਾ ਅੰਮ੍ਰਿਤਸਰ ਤੋਂ ਬਾਅਦ ਜਿਹੜਾ ਢੋਲਕੀਆਂ ਛੱਲਣ ਲੈ ਕੇ ਜਾਣਗੇ। ਉਹੀ ਗੱਲ ਹੋਈ ਜੀ। ਜਿਹੜੇ ਬਾਬਾ ਸ਼ਾਮ ਸਿੰਘ ਹੋਰੀ ਆ ਜਿਨ੍ਹਾਂ ਦੀ ਅੱਜ ਵੀ ਸ਼ਾਮ ਸਿੰਘ ਦੇ ਡੇਰੇ ਤੋਂ ਅੱਜ ਵੀ ਜਿਹੜੀ ਕੜਾਹ ਪ੍ਰਸ਼ਾਦ ਦੀ ਪਹਿਲੀ ਦੇਗ ਆਉਂਦੀ ਦਰਬਾਰ ਸਾਹਿਬ ਤੇ ਉਹਨਾਂ ਦੇ ਡੇਰੇ 'ਚ ਬਣ ਕੇ ਆਉਂਦੀ ਹੈ ਜੀ। ਤੇ ਬਾਬਾ ਸ਼ਾਮ ਸਿੰਘ ਹੋਰਾਂ ਨੇ 123 ਸਾਲ ਦੀ ਉਮਰ ਭੋਗ ਕੇ ਗਏ ਨੇ ਜੀ। ਉਹਨਾਂ ਲੰਮਾ ਸਮਾਂ ਜਿਹੜਾ ਸੀ ਇੱਥੇ ਸੇਵਾ ਕੀਤੀ ਦਰਬਾਰ ਸਾਹਿਬ ਜੀ। ਜਦੋਂ ਉਹ ਬਾਬਾ ਗੁਰਮੁਖ ਸਿੰਘ ਹੋਰੀ ਇੱਥੇ ਆਏ ਤੇ ਵਾਕਈ ਢੋਲਕੀਆਂ ਛੱਲਾਂ ਸੰਗਤ ਖੜੀ ਹੈ ਤੇ ਲੈ ਕੇ ਆਏ ਜੀ। ਤੇ ਬਾਬਾ ਗੁਰਮੁਖ ਸਿੰਘ ਹੋਰਾਂ ਨੇ ਸਭ ਤੋਂ ਪਹਿਲੀ ਕਾਰ ਸੇਵਾ ਜਿਹੜੀ ਸੀ ਪਹਿਲੇ ਸਰੋਵਰ ਦੀ ਸੰਤੋਖ ਸਾਹਿਬ ਦੀ ਕਰਾਈ ਸੀ। ਜਦੋਂ ਕਾਰਪੋਰੇਸ਼ਨ ਨੇ ਕਿਹਾ ਸੀ ਵੀ ਇਹ ਸਰੋਵਰ ਪੂਰ ਦਿੱਤਾ ਜਾਵੇ, ਦੀ ਲੋੜ ਨਹੀਂ, ਤੇ ਸੰਗਤਾਂ ਨੇ ਵਿਰੋਧ ਕੀਤਾ ਸੀ ਜੀ। ਤੇ ਉੱਥੋਂ ਇਹ ਕਾਰ ਸੇਵਾ ਦਾ ਮੇਰੀ ਜੋ ਇਨਫੋਰਮੇਸ਼ਨ ਦੇ ਮੁਤਾਬਕ ਇਹ ਮੁੱਢ ਬੁੱਝਾ ਵੈਸੇ ਤੇ ਬਾਬੇ ਨਾਨਕ ਸ਼ੁਰੂ ਕਰਤੀ ਸੇਵਾ ਤੇ ਜੀ, ਲੇਕਿਨ ਜਿਹੜੀ ਕਾਰ ਸੇਵਾ ਦਾ ਮੁੱਢ ਸੀ ਉੱਥੋਂ ਬੱਝਾ। ਤੇ ਪਹਿਲੀ ਕਾਰ ਸੇਵਾ ਦੀ ਜੇਕਰ ਪੱਟੀ ਸਾਹਿਬ ਗੱਲ ਕੀਤੀ ਜਾਵੇ ਤਾਂ ਫਿਰ ਪਹਿਲੀ ਕਾਰ ਸੇਵਾ ਜਿਹੜੀ ਉਹ ਕਿੱਥੇ ਹੋਈ ਹੈ? ਸੰਤੋਖ ਸਰ ਤੋਂ ਹੋਈ ਹੈ। ਪਹਿਲੀ ਕਾਰ ਸੇਵਾ ਸੰਤੋਖ ਸਰ ਹੋਈ ਹੈ। ਪਹਿਲਾ ਸਰੋਵਰ ਹੀ ਅੰਮ੍ਰਿਤਸਰ ਜਿਹੜਾ ਗੁਰੂ ਸਾਹਿਬ ਨੇ ਖੁਦਵਾਇਆ ਸੀ, ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ ਗੁਰੂ ਰਾਮਦਾਸ ਜੀ ਨੂੰ ਜਾ ਕੇ ਖੁਦਵਾਈ ਕਰਾਓ, ਲੇਕਿਨ ਮੁੜ ਕੇ ਉਹਨਾਂ ਨੂੰ ਅਧੂਰਾ ਛੱਡ ਕੇ ਤੇ ਬੁਲਾ ਲਿਆ ਸੀ ਉੱਥੇ ਆਪਣੇ ਗੋਇੰਦਵਾਲ ਸਾਹਿਬ ਜੀ। ਉੱਥੋਂ ਫਿਰ ਆਦੇਸ਼ ਦਿੱਤਾ ਸੀ ਵੀ ਉਹਨੂੰ ਅਜੇ ਰਹਿਣ ਦਿਓ, ਤੁਸੀਂ ਜਾ ਕੇ ਜਿਹੜਾ ਗੁਰੂ ਰਾਮਦਾਸ ਜਿਹੜਾ ਸਰੋਵਰ ਜਿਹੜਾ ਦਰਬਾਰ ਸਾਹਿਬ ਬਣਿਆ ਹੋਇਆ ਇਹਦੀ ਖੁਦਾਈ ਸ਼ੁਰੂ ਕਰਾਓ ਜੀ। ਤੇ ਉਹ ਸਰੋਵਰ ਬਾਅਦ ਵਿੱਚ ਗੁਰੂ ਅਰਜਨ ਪਾਤਸ਼ਾਹ ਨੇ ਜਿਹੜਾ ਸੀ ਉਹ ਪੂਰਾ ਕੀਤਾ ਸੀ ਸਰੋਵਰ ਜਿਹੜਾ ਸੰਤੋਖ ਸਰ ਦਾ ਸੀਗਾ ਜੀ। ਇਹ ਮੇਰੀ ਸੂਚਨਾ ਦੇ ਮੁਤਾਬਕ ਜਿਹੜਾ ਪਹਿਲੀ ਸੇਵਾ ਜਿਹੜੀ ਆ ਉਹ ਸੰਤੋਖ ਸਰ ਬਾਨੀ ਦੀ ਗੱਲ ਕੀਤੀ ਜਾਵੇ ਤਾਂ ਬਾਬਾ ਗੁਰਮੁਖ ਸਿੰਘ ਜਿਹੜੇ ਸੀਗੇ, ਬਾਬਾ ਗੁਰਮੁਖ ਸਿੰਘ ਜੀ ਸੀ ਜੀ। ਉਸ ਤੋਂ ਬਾਅਦ ਬਾਬਾ ਸਾਧੂ ਸਿੰਘ ਜੀ ਆਏ, ਬਾਬਾ ਜਿਹੜੇ ਸੀ ਉਹ ਝੰਡਾ ਸਿੰਘ ਜੀ ਆਏ, ਬਾਬਾ ਅਮਰ ਸਿੰਘ ਜੀ ਆਏ। ਇਹਨਾਂ ਚੋਂ ਮੇਰੀ ਜਾਨ ਨੇ ਬਾਬਾ ਅਜੀਤ ਸਿੰਘ ਸ਼ਾਦੀशुदा ਸੀਗੇ, ਉਹਨਾਂ ਦੇ ਬੱਚੇ ਵੀ ਹੈਗੇ ਸੀਗੇ। ਉਹਨਾਂ ਦਾ ਬੇਟਾ ਅਮਰ ਸਿੰਘ ਸੀ ਉਹ ਵੀ ਇਹਦੇ ਵਿੱਚ ਆਇਆ। ਫਿਰ ਬਾਬਾ ਲਾਭ ਸਿੰਘ ਆਏ, ਬਾਬਾ ਹਰਮਨ ਸਿੰਘ ਆਏ,
ਬਾਬਾ ਜਿਹੜੇ ਸੀ ਉਹ ਖੜਕ ਸਿੰਘ ਆਏ ਕਾਰ ਸੇਵਾ ਵਾਲੇ ਜਿਹੜੇ ਖਡੂਰ ਸਾਹਿਬ ਵਾਲੇ ਨੇ ਜੀ ਫਿਰ ਬਾਬਿਆਂ ਨੇ ਕਾਫੀ ਜਿਹੜਾ ਸੀ ਉਹ ਲੰਮਾ ਚੌੜਾ ਜਿਹੜੀ ਸੀ ਇਹਨਾਂ ਦੀ ਹਿਸਟਰੀ ਬਣੀ ਜੀ ਲੇਕਿਨ ਅੱਜ ਦੀ ਡੇਟ ਦੇ ਵਿੱਚ ਜੇ ਬਾਨੀ ਕਹੀਏ ਤੇ ਬਾਬਾ ਗੁਰਮੁਖ ਸਿੰਘ ਜੀ ਸੀ ਜੀ ਜਿਨ੍ਹਾਂ ਨੇ ਇੱਕ ਨਹੀਂ ਫਿਰ 1923 ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਸਰੋਵਰ ਦੀ ਸੇਵਾ ਹੋਈ ਆ ਜੀ ਉਦੋਂ ਵੀ ਬਾਬਾ ਗੁਰਮੁਖ ਸਿੰਘ ਨੇ ਕਰਾਈ ਸੀ ਜੀ ਉਸ ਸੇਵਾ ਦੇ ਵਿੱਚ ਹੂੰ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਜੀ ਹੂੰ ਮਹਾਰਾਜਾ ਭੁਪਿੰਦਰ ਸਿੰਘ ਆਪ ਖੁਦ ਆ ਕੇ ਸੇਵਾ ਕੀਤੀ ਸੀ ਉਹਨਾਂ ਨੇ ਜੀ ਚੜਾਵਾ ਵੀ ਜੋ ਸਰਦਾ ਪਤ ਦਿੱਤਾ ਉਹ ਤਾਂ ਆਪਾਂ ਗੱਲ ਨਹੀਂ ਕਰਾਂਗੇ ਉਹਦੇ ਬਾਰੇ ਕਹਿੰਦਾ ਦਿੱਤਾ ਜੀ ਲੇਕਿਨ ਇਹ ਸੀ ਉਦੋਂ ਉਹਨਾਂ ਅੰਮ੍ਰਿਤ ਵੀ ਛਕਿਆ ਜੀ ਉਦੋਂ ਜਿਹੜਾ ਸੀ ਸਾਰੇ ਕੰਮ ਛੱਡਤੇ ਮਾੜੇ ਚੰਦੇ ਸ਼ਰਾਬ ਵੀ ਛੱਡਤੀ ਨਸ਼ੇ ਵੀ ਛੱਡਤੇ ਜੀ ਉਹਨਾਂ ਨੇ ਉਦੋਂ ਅੰਮ੍ਰਿਤ ਛਕ ਕੇ ਸੇਵਾ ਕੀਤੀ ਸੀ ਜੀ ਤੇ ਜਦੋਂ ਪਹਿਲੀ ਕਮੇਟੀ ਬਣੀ ਸੀ ਸ਼੍ਰੋਮਣੀ ਕਮੇਟੀ ਉਦੋਂ ਵੀ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਪ੍ਰਧਾਨ ਬਣ ਜਾਓ ਇਹਦੇ ਨਾ ਹੂੰ ਮੈਂ ਸੇਵਾਦਾਰ ਰਹੂੰਗਾ ਤੇ ਸੇਵਾਦਾਰੀ ਮੈਂ ਗਾ ਜੀ 1923 ਦੇ ਵਿੱਚ ਉਹਨਾਂ ਆ ਕੇ ਇੱਥੇ ਜੀ ਅੰਮ੍ਰਿਤ ਛਕਿਆ ਸੀ ਤੇ ਉਹ ਰਹਿ ਸੀ ਇੱਥੇ ਇਸ ਟਾਈਮ ਦੇ ਉੱਤੇ ਜੀ ਤੇ ਪੱਟੀ ਸਾਹਿਬ ਗੱਲ ਕੀਤੀ ਜਾਵੇ ਕਾਰ ਸੇਵਾ ਦੇ ਮਕਸਦ ਦੀ ਤਾਂ ਇਹਦਾ ਮਕਸਦ ਕੀ ਸੀ ਤੇ ਹੁਣ ਦੇ ਸਮੇਂ ਦੀ ਗੱਲ ਕੀਤੀ ਜਾਵੇ ਮੌਜੂਦਾ ਦੌਰ ਦੇ ਵਿੱਚ ਕੀ ਬਦਲਾਅ ਨਜ਼ਰ ਆ ਰਿਹਾ ਇਸ ਦੇ ਵਿੱਚ ਇੱਕ ਮੈਂ ਗੱਲ ਭੁੱਲ ਗਿਆ ਜੀ ਜੀ ਇਹ ਜਿਹੜਾ ਪਿੰਡ ਬਾਬੇ ਬੀਰਮ ਦਾ ਇਹ ਬਦੋਸ਼ੀ ਪਿੰਡ ਆ ਪਟਿਆਲੇ 'ਚ ਜੀ ਜਿੱਥੋਂ ਦੇ ਇਹ ਰਹਿਣ ਵਾਲੇ ਸੀ ਜੀ ਅੱਜ ਉਹਨਾਂ ਦੇ ਨਾਂ ਦੇ ਉੱਤੇ ਇੱਕ ਗੁਰਦੁਆਰਾ ਵੀ ਸਥਾਪਿਤ ਕੀਤਾ ਵਾ ਜੀ ਸੰਗਤ ਜਾਂਦੀ ਆ ਲੋਕ ਮੰਨਦੇ ਨੇ ਵੀ ਉੱਥੋਂ ਮੰਨਤਾਂ ਪੂਰੀਆਂ ਹੁੰਦੀਆਂ ਨੇ ਜਿਹੜਾ ਕੋਈ ਅਰਦਾਸ ਕਰਦਾ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਹੈ ਜੀ ਤਾਂ ਉੱਥੋਂ ਮੰਨਤ ਪੂਰੀ ਹੁੰਦੀ ਹੈ ਜੀ ਦੂਸਰੀ ਚੀਜ਼ ਅਗਲਾ ਸਵਾਲ ਤੁਹਾਡਾ ਜੀ 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 ਬਿਲਕੁਲ ਅਗਲਾ ਮੇਰਾ ਸਵਾਲ ਇਹ ਸੀ ਕਿ ਕਾਰ ਸੇਵਾ ਜਿਹੜੀ ਹੈ ਇਸ ਦਾ ਮਕਸਦ ਕੀ ਸੀਗਾ ਤੇ ਅੱਜ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਿਵੇਂ ਕੰਮ ਕਰ ਰਹੀ ਹੈ ਇਸ ਨੂੰ ਹੁਣ ਕਿਵੇਂ ਵਰਤੋਂ ਦੇ ਵਿੱਚ ਲਿਆਂਦਾ ਜਾ ਰਿਹਾ ਕੀ ਕੀਤਾ ਜਾ ਰਿਹਾ ਜਿਹੜਾ ਸ਼੍ਰੋਮਣੀ ਕਮੇਟੀ ਜਦੋਂ ਬਣੀ ਹੈ ਨਾ ਜੀ ਜੀ ਸ਼੍ਰੋਮਣੀ ਕਮੇਟੀ ਬਣਨ ਤੋਂ ਬਾਅਦ ਦੋ ਐਕਟ ਬਣੇ ਸੀ ਇੱਕ ਬਣਿਆ ਸੀ 85 ਤੇ ਇੱਕ ਬਣਿਆ 87 ਜੀ ਧਾਰਾਵਾਂ ਬਣੀਆਂ ਸੀ ਦੀਆਂ ਦੋ ਹੂੰ 85 ਦਾ ਮਤਲਬ ਸੀ ਵੀ ਸਿੱਧੇ ਗੁਰਦੁਆਰੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਹੋਣਗੇ ਜੀ 87 ਦਾ ਮਤਲਬ ਸੀ ਲੋਕਲ ਕਮੇਟੀ ਹੋਊਗੀ ਉਹ ਆਪਣਾ ਦਸਵੰਧ ਜਿਹੜੀ ਸੀ ਉਹ ਸ਼੍ਰੋਮਣੀ ਕਮੇਟੀ ਨੂੰ ਦੇਵੇਗੀ ਜੀ ਤੇ ਉਸ ਟਾਈਮ ਤੇ ਲੋਕਲ ਕਮੇਟੀਆਂ ਹੁੰਦੀਆਂ ਸੀ ਉਹ ਆਮ ਤੌਰ ਤੇ ਸਾਧੂਆਂ ਸੰਤਾਂ ਦੇ ਬੜੇ ਸ਼ਰਧਾਵਾਨ ਹੁੰਦੇ ਸੀ ਜੀ ਸਿੱਧਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਨਹੀਂ ਸੀ ਇਹ 1944 ਦੇ ਵਿੱਚ ਪਹਿਲੀ ਵਾਰੀ ਜਿਹੜੀ ਸੀ ਦਰਬਾਰ ਸਾਹਿਬ ਲੈ ਲਓ ਤਰਨਤਾਰਨ ਸਾਹਿਬ ਲੈ ਲਓ ਅਨੰਦਪੁਰ ਸਾਹਿਬ ਲੈ ਲਓ ਇਹ ਪਹਿਲੀ ਵਾਰੀ 5-7 ਗੁਰਦੁਆਰੇ ਲਏ ਸੀ ਉਹ ਵੀ ਗਿਆਨੀ ਕਰਤਾਰ ਸਿੰਘ ਦੀ ਸੋਚ ਸੀਗੀ ਜੀ ਵੀ ਇਹ ਗੁਰਦੁਆਰੇ ਹੁਣ ਸ਼੍ਰੋਮਣੀ ਕਮੇਟੀ ਦੇ ਸਿੱਧੇ ਅਧਿਕਾਰ ਖੇਤਰ ਹੋਣੇ ਚਾਹੀਦੇ ਆ ਜੀ ਤੇ ਬੇਸਿਕਲੀ ਕਾਰ ਸੇਵਾ ਵਾਲੇ ਬਾਬਿਆਂ ਦਾ ਜਾਂ ਕਾਰ ਸੇਵਾ ਦਾ ਕੰਮ ਇਹ ਸੀਗਾ ਵੀ ਜਿਹੜੇ ਗੁਰਦੁਆਰੇ ਖਰਾਬ ਹੋ ਰਹੇ ਆ ਸਾਡੀਆਂ ਇਮਾਰਤਾਂ ਖਰਾਬ ਉਹਨਾਂ ਦੀ ਸੰਭਾਲ ਕਰਨਾ ਇਹ ਨਹੀਂ ਉਹਨਾਂ ਨੂੰ ਭੰਨ ਤੋੜ ਕੇ ਨਵੀਆਂ ਬਣਾ ਦਿਓ ਚੜ੍ਹ ਕੱਢ ਦਿਓ ਉਹਨਾਂ ਦੇ ਪੱਥਰ ਲਾ ਦਿਓ ਜੀ ਲੇਕਿਨ ਕਾਰ ਸੇਵਾ ਵਾਲੇ ਜਿਵੇਂ ਤੁਸੀਂ ਤਰਨਤਾਰਨ ਦਰਬਾਰ ਸਾਹਿਬ ਲੈ ਲਓ ਉਹਦੇ ਘੇਰੇ ਪਰਿਕਰਮਾ ਦੇ ਵਿੱਚ ਜਿਹੜੇ ਸੀ ਅੰਬ ਦੇ ਦਰਖਤ ਹੁੰਦੇ ਸੀਗੇ ਜੀ ਜਾਮਣੀ ਦੇ ਦਰਖਤ ਹੁੰਦੇ ਸੀਗੇ ਕਈ ਦਰਖਤ ਉੱਥੇ ਹੁੰਦੇ ਸੀਗੇ ਜੀ ਸੰਗਤਾਂ ਇਸ਼ਨਾਨ ਵੀ ਕਰਦੀਆਂ ਸੀ ਗਰਮੀ ਥੱਲੇ ਬੈਠਦੀਆਂ ਸੀ ਤੇ ਇਹ ਉੱਥੇ ਵੀ ਬੁੰਗੇ ਹੁੰਦੇ ਸੀਗੇ ਜਿਸ ਤਰ੍ਹਾਂ ਅੰਮ੍ਰਿਤਸਰ 84 ਬੁੰਗੇ ਸੀ ਨਾ ਉਸੇ ਤਰ੍ਹਾਂ ਉੱਥੇ ਬੁੰਗੇ ਹੁੰਦੇ ਸੀਗੇ ਜੀ ਜਿਸ ਤਰ੍ਹਾਂ ਇੱਥੇ ਮਨਾਰ ਬਣਿਆ ਉੱਥੇ ਵੀ ਮਨਾਰ ਬਣਿਆ ਸੀ ਵੀ ਜੇ ਕੋਈ ਬਾਹਰੋਂ ਦੁਸ਼ਮਣ ਆਉਂਦਾ ਤਾਂ ਮਨਾਰ ਤੋਂ ਵੇਖਿਆ ਜਾਵੇ ਦੁਸ਼ਮਣ ਕਿਹੜੇ ਪਾਸੋਂ ਆ ਰਿਹਾ ਕਦੋਂ ਆ ਰਿਹਾ ਜੀ ਉਸੇ ਤਰ੍ਹਾਂ ਜਿਹੜਾ ਸੀ ਇਹਨਾਂ ਕਾਰਸੇ ਵਾਲਿਆਂ ਨੇ ਸਭ ਤੋਂ ਪਹਿਲਾਂ ਕੀਤਾ ਵੀ ਸਾਡੀ ਉਹ ਹਰਿਆਵਲ ਖਤਮ ਕੀਤੀ ਉਹਦੇ ਵਿੱਚ ਮੈਂ ਸੋਚਦਾ ਵੀ ਸ਼੍ਰੋਮਣੀ ਕਮੇਟੀ ਬਰਾਬਰ ਦੀ ਦੋਸ਼ੀ ਆ ਜੀ ਜਿਨ੍ਹਾਂ ਨੇ ਕਦੀ ਇਹਨਾਂ ਕਾਰਸੇ ਵਾਲਿਆਂ ਨੂੰ ਰੋਕਿਆ ਨਹੀਂ ਤੇ ਜਹੇਦਾਰ ਗੁਰਚਰਨ ਸਿੰਘ ਟੋੜਾ ਲੈ ਲਓ ਜਿਹੜੇ ਜਹੇਦਾਰ ਚੰਦਰ ਸਿੰਘ ਲੈ ਲਓ ਮੋਹਨ ਸਿੰਘ ਤੋਲ ਲੈ ਲਓ ਜਦੋਂ ਤੱਕ ਸ਼੍ਰੋਮਣੀ ਕਮੇਟੀ ਤੋਂ ਕਬਜ਼ ਰਹੇ ਨੇ ਜੀ ਇਹ ਨਿਕਲ ਉਦੋਂ ਕਾਰਸੇ ਵਾਲੇ ਕੋ ਪੈਸੇ ਨਹੀਂ ਲੈ ਜਾਂਦੇ ਸੀ ਕਾਰਸੇ ਵਾਲੇ ਬਾਬੇ ਜਿਹੜੇ ਸੀ ਇੰਨੀ ਕੰਪੀਟੀਸ਼ਨ ਹੋ ਗਿਆ ਸੀ ਇਹ ਪੈਸੇ ਦੇ ਕੇ ਤੇ ਕਾਰ ਸੇਵਾ ਲੈਂਦੇ ਸੀ ਸ਼੍ਰੋਮਣੀ ਕਮੇਟੀ ਕੋਲੋਂ ਜੀ ਤੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਉਹ ਪੈਸੇ ਲੈਂਦੇ ਸੀ ਉਹ ਗੁਰੂ ਦੀ ਗੋਲਕ ਜਾਂਦੇ ਸੀਗੇ ਜੀ ਜਹੇਦਾਰ ਗੁਰਚਰਨ ਸਿੰਘ ਟੋੜਾ ਦੇ ਟਾਈਮ ਦੇ ਉੱਤੇ ਵੀ ਮੈਂ ਆਪਣੀ ਅੱਖੀਂ ਵੇਖੇ ਵੀ ਕਈ ਕਾਰਸੇ ਵਾਲੇ ਬਾਬੇ ਉਹਦੇ ਚਰਨਾਂ 'ਚ ਬੈਠੇ ਹੁੰਦੇ ਸੀ ਪ੍ਰਧਾਨ ਜੀ ਸੇਵਾ ਦੇ ਉਹਦੇ ਜੀ ਉਹ ਸਾਦਾ ਤੇਰੇ ਕੋਲ ਨਹੀਂ ਕੰਮ ਹੋਣਾ ਤੂੰ ਕਿਤੋਂ ਫਿਰਦਾ ਬਸ ਇਦਾਂ ਬੋਲਦੇ ਹੁੰਦੇ ਸੀ ਇਹ ਨਹੀਂ ਪਤਾ ਵੀ ਸਤਿਕਾਰਯੋਗ ਬਾਬੇ ਨੇ ਲੇਕਿਨ ਬਾਬੇ ਜਿਹੜੀ ਗਰਾਈ ਲੋਕਾਂ ਕੋ ਕਰਦੇ ਸੀਗੇ ਤੇ ਉਹ ਸ਼੍ਰੋਮਣੀ ਕਮੇਟੀ ਕੋ ਪੈਸੇ ਦੇ ਕੇ ਸੇਵਾ ਲੈਂਦੇ ਰਹੇ ਨੇ ਉਹ ਜਿਹੜੇ ਪੈਸੇ ਸੀ ਉਹ ਜਿਹੜੇ ਸਾਰੇ ਦੇ ਸਾਰੇ ਪੈਸੇ ਜਿਹੜੇ ਸੀ ਗੁਰੂ ਦੀ ਗੋਲਕ ਜਮ੍ਹਾਂ ਹੁੰਦੇ ਸੀ ਜੀ ਗੁਰਦੁਆਰਿਆਂ ਦੇ ਫਿਰ ਵਿਕਾਸ ਲੱਗਦੇ ਸੀ ਉਹੀ ਗੱਲ ਹੋ ਗਈ ਕਿ ਜਿਵੇਂ ਕਿਸੇ ਚੀਜ਼ ਦਾ ਠੇਕਾ ਅਸੀਂ ਲੈ ਲਿਆ ਇੰਨੇ ਪੈਸੇ ਦੇ ਦਿੱਤੇ ਗਾੜੀ ਜਿੰਨੇ ਮਰਜ਼ੀ ਇਕੱਠੇ ਕਰ ਲਈਏ ਹਾਂ ਮੈਂ ਤੁਹਾਨੂੰ ਦੱਸਿਆ ਨਾ ਲੋਕਲ ਕਮੇਟੀ ਦੇ ਟਾਈਮ ਤੇ ਚੀਜ਼ ਨਹੀਂ ਸੀ ਉਦੋਂ ਜਿਹੜੇ ਸੰਤ ਮਹਾਂਪੁਰਖ ਜਿਹੜੇ ਸੀ ਆਪ ਬੈਠ ਕੇ ਆਪ ਹੱਥੀਂ ਸੇਵਾ ਕਰਦੇ ਸੀ ਬਾਬਾ ਬਸਤਾ ਸਿੰਘ ਹੋਰੀ ਜਿਹੜੀ ਮੈਂ ਵੇਖਿਆ ਆਪਣੀ ਅੱਖੀਂ ਵੇਖਿਆ ਉਹਨਾਂ ਨੂੰ ਬਾਬਾ ਹਰਬੰਸ ਸਿੰਘ ਨੂੰ ਵੇਖਿਆ ਬਾਬੇ ਖੜਕ ਸਿੰਘ ਨੂੰ ਵੇਖਿਆ ਆਪ ਮੈਂ ਹੱਥੀਂ ਵੇਖਿਆ ਵੀ ਧੁੱਪ ਲੱਗੀ ਹੈ ਧੁੱਪੇ ਬੈਠੇ ਰੋੜੀ ਕੁੱਟਦੇ ਵੇਖੇ ਗਏ ਨੇ ਕਈ ਚਲਾਉਂਦੇ ਵੇਖੇ ਗਏ ਨੇ ਅੱਜ ਕੋਈ ਕਾਰਸੇ ਵਾਲਾ ਵੇਖੋ ਕਰਦਾ ਕੋਈ ਨਹੀਂ ਕਰਦਾ ਅੱਜ ਜਿਹੜੇ ਕਾਰਸੇ ਵਾਲੇ ਨੇ
ਇਹ ਤੁਹਾਡੇ ਘਰ ਦੇ ਵਿੱਚ ਭਾਵੇਂ 2 ਏਕੜ ਜ਼ਮੀਨ ਆ, ਤੁਹਾਡੇ ਘਰ ਖਾਣ ਦੇ ਜੋਗੇ ਦਾਣੇ ਨਹੀਂ ਹੈਗੇ, ਤੁਹਾਨੂੰ 2.5 ਕੁਇੰਟ 2.5 ਮਣ ਦੀ ਬੂਰੀ ਜ਼ਰੂਰ ਦੇ ਜਾਣਗੇ ਵੀ ਸਾਡੀ ਬੂਰੀ ਭਰ ਦਿਓ ਤੁਸੀਂ, ਬਾਕੀ ਕਾਰ ਸੇਵਾ ਗੁਰੂ ਘਰ ਲੱਗਣੀ ਹੈ ਜੀ। ਤੋ ਗੁਰੂ ਘਰ ਤੇ ਘੱਟ ਲੱਗਦੀ ਆ, ਬਾਬਿਆਂ ਦੇ ਜੇਬਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੱਧ ਜਾਂਦੀ ਹੈ। ਹੁਣ ਕਾਰ ਸੇਵਾ ਜਿਹੜੀ ਸੀ ਉਸ ਟਾਈਮ ਤੇ ਕਾਫੀ ਕੰਮ ਕੀਤਾ, ਜਿਹੜੀਆਂ ਇਮਾਰਤਾਂ ਖਰਾਬ ਹੋਣੀਆਂ ਸੀ ਉਹ ਬਚਾਈਆਂ ਗਈਆਂ ਜੀ, ਸੰਗਮਰ ਲਾਇਆ ਗਿਆ। ਦਰਬਾਰ ਸਾਹਿਬ ਦੀ ਪਿੱਛੇ ਜੇ ਤੁਸੀਂ ਸ਼ਾਇਦ ਵੇਖਿਆ ਹੋਊਗਾ ਵੀ ਸ਼੍ਰੋਮਣੀ ਕਮੇਟੀ ਨੇ ਜਿਹੜੇ ਸੀ ਆਪਣੇ ਮਾਹਿਰਾਂ ਦੀ ਰਾਏ ਲੈ ਕੇ ਤੇ ਇਹਦੇ ਵਿੱਚ ਜਿਹੜੀਆਂ ਸੀ ਉਹ ਉਸ ਕੁਝ ਲੱਕੜਾਂ ਬਦਲੀਆਂ ਸੀ ਜੀ। ਜਿਹੜੀ ਛੱਤ, ਕਿਉਂਕਿ ਮੇਰੀ ਉਦੋਂ ਕਾਹਨ ਸਿੰਘ ਪੰਨੂ DC ਹੁੰਦੇ ਸੀ, ਉਹਨਾਂ ਕਿਹਾ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਦੀ ਜਿਹੜੀ ਛੱਤ ਬਣੀ ਆ ਉਹ ਲੱਕੜਾਂ ਦੇ ਆਧਾਰ ਤੇ ਬਣੀ ਆ ਤੇ ਲੱਕੜਾਂ ਥੱਲੋਂ ਬਦਲਤੀਆਂ ਜਾਣ, ਨਵੀਆਂ ਪਾਈ ਜਾਣ, ਤਾਂ ਕਿ 50-60 ਸਾਲ ਹੋਰ ਸਾਲ ਬਿਲਡਿੰਗ ਸਹੀ ਸਲਾਮਤ ਰਵੇ ਜੀ ਤੇ ਉਹਦੀ ਸਵੈ ਸੰਭਾਲ ਕਰਨੀ ਜੀ। ਅੱਜ ਤੱਕ ਮੈਂ ਵੀ ਤੁਹਾਨੂੰ ਦੱਸ ਦਿਆਂ, ਜਿਹੜੀ ਪੁਰਾਣੇ ਕਾਰ ਸੇਵਾ ਵਾਲੇ ਬਾਬਿਆਂ ਨੇ ਸੇਵਾ ਕਰਾਈਆਂ ਨੇ ਜੀ, ਜਿਹੜੀਆਂ ਚੂਨੇ ਨਾਲ ਸੇਵਾ ਹੋਈਆਂ ਨੇ ਤੇ ਉਹ ਸੇਵਾਵਾਂ ਜਿਹੜੀਆਂ ਨੇ ਉਹ ਅੱਜ ਤੱਕ ਕਾਇਮ ਨੇ ਜੀ। ਉਹਨਾਂ ਦੀ ਜਿਹੜੀ ਆ ਉਹ ਜਿਹੜੀ ਆਪਣੀ ਓਰੀਜਨਲਿਟੀ ਉਹ ਸਹੀ ਰਹੀ ਹੈ ਜੀ। ਸ਼੍ਰੋਮਣੀ ਕਮੇਟੀ ਨੇ ਕੁਝ ਦਰਬਾਰ ਸਾਹਿਬ ਦੀ ਪਹਿਲਾਂ ਗੱਲ ਕਰ ਲਾਂ ਮੈਂ ਜੀ। ਦਰਬਾਰ ਸਾਹਿਬ ਦੇ ਵਿੱਚ ਜਿਹੜੀ ਇੱਟ ਲੱਗੀ ਹੈ ਜੀ, ਉਹ ਪੂਰੀ ਪੱਕੀ ਇੱਟ ਨਹੀਂ ਲੱਗੀ ਜੀ, ਉਹ ਗੁਰੂ ਸਾਹਿਬ ਨੇ ਬੜੇ ਤਰੀਕੇ ਨਾਲ ਅੱਧ ਪੱਕੀ ਇੱਟ ਲਾਈ। ਉਹ ਕੀ ਆ ਵੀ ਉਹ ਰਾਤ ਨੂੰ ਗਿੱਲੀ ਹੁੰਦੀ ਹੈ ਸਲਾਬ ਨਾਲ, ਦਿਨੇ ਧੁੱਪ ਨਾਲ ਸੁੱਕ ਜਾਂਦੀ ਹੈ, ਗਿੱਲੀ ਉਹ ਮਤਲਬ ਕਿ ਇੱਟ ਨਹੀਂ ਖਰਾਬ ਹੁੰਦੀ ਨਹੀਂ ਉਹ ਜੀ। ਜਿੱਥੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਸ ਤੋਂ ਬਾਅਦ ਸੇਵਾ ਕੀਤੀ ਆ, ਜਿੱਥੇ ਵੀ ਇਹਨਾਂ ਕੀਤੀ ਆ, ਸੀਮੈਂਟ ਨਾਲ ਕੀਤੀ ਹੈ, ਕੰਕਰੀਟ ਨਾਲ ਕੀਤੀ ਆ, ਉੱਥੋਂ ਅੱਜ ਸਲਾਬ ਨਹੀਂ ਜਾ ਰਹੀ ਜੀ, ਉੱਥੇ ਸਲਾਬ ਆ ਰਹੀ ਹੈ। ਲੇਕਿਨ ਜਿਹੜੀ ਪਹਿਲਾਂ ਬਣੀ ਆ ਉੱਥੇ ਸਲਾਬ ਕੋਈ ਨਹੀਂ ਹੈਗੀ, ਜਿਹੜੀ ਚੂਨੇ ਦੀ ਬਣੀ ਆ ਉਹ ਸਿੱਟ ਦੀ ਬਣੀ ਆ, ਉੱਥੇ ਸਲਾਬ ਨਹੀਂ ਹੈਗੀ। ਹੁਣ ਇਹ ਸੋਚ ਰਹੇ ਕੀ ਕਰੀਏ ਅਸੀਂ, ਤੇ ਜੋ ਕਰਨਾ ਤੁਸੀਂ ਕੀ ਹੈ, ਜੋ ਹੋ ਗਿਆ ਹੋ ਗਿਆ। ਇਹ ਤੇ ਬੀਬੀ ਕਿਰਨਜੋਤ ਕੌਰ ਨੇ ਆਪ ਇੱਕ ਸਪੀਚ ਕਿਹਾ ਸੀਗਾ ਵੀ ਅਸੀਂ ਇੱਥੇ ਗਲਤੀ ਕਰ ਬੈਠੇ, ਜੋ ਜਨਰਲ ਸੈਕਟਰੀ ਹੁੰਦੀ ਸੀ SCPC ਦੀ, ਵੀ ਸਾਨੂੰ ਇੱਥੇ ਬਕਾਇਦਾ ਤੌਰ ਤੇ ਚੂਨੇ ਦੀ ਜਿਹੜੀ ਸੀ ਚਣਾਈ ਕਰਨੀ ਚਾਹੀਦੀ ਸੀ, ਨਾ ਕਿ ਸਾਨੂੰ ਸੀਮੈਂਟ ਚਣਾਈ ਕਰਨੀ ਚਾਹੀਦੀ ਸੀ। ਅੱਜ ਸਲਾਬ ਨਹੀਂ ਜਾ ਰਹੀ ਜੀ। ਇਸ ਕਰਕੇ ਕਾਰ ਸੇਵਾ ਵਾਲੇ ਬਾਬੇ ਮੈਂ ਸੋਚਦਾ ਵੀ ਅੱਜ ਜ਼ਰੂਰ ਸੇਵਾ ਕਰ ਰਹੇ ਆ, ਲੇਕਿਨ ਉਹਨਾਂ ਨੂੰ ਮਾਹਿਰਾਂ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਆ, ਇੰਜੀਨੀਅਰ ਰਾਏ ਜ਼ਰੂਰ ਲੈਣੀ ਚਾਹੀਦੀ ਆ, ਕਿਉਂ ਇੰਜੀਨੀਅਰ ਫਿਰ ਵੀ ਇੰਜੀਨੀਅਰ ਹੁੰਦੇ ਆ ਜੀ। ਬਿਲਕੁਲ ਭੱਟੀ ਸਾਹਿਬ, ਅੱਜ ਦੀ ਗੱਲ ਕੀਤੀ ਜਾਵੇ ਤਾਂ ਕਾਰ ਸੇਵਾ ਜਿਹੜਾ ਆ ਇਸ ਨੂੰ ਇੱਕ ਬਿਜ਼ਨਸ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਹੈ। ਜਿਵੇਂ ਅਸੀਂ ਤਰਨਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਓੜੀ ਦੀ ਗੱਲ ਕਰ ਲਈ ਜਾਵੇ, ਜਿਹੜੀ ਕੰਵਰ ਨੌ ਨਿਹਾਲ ਸਿੰਘ ਨੇ ਬਣਾਈ ਗਈ ਦੱਸੀ ਜਾ ਰਹੀ ਆ, ਉਸ ਨੂੰ ਢਾਉਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਬਾਬਾ ਜਗਤਾਰ ਸਿੰਘ ਹੋਰਾਂ ਦੇ ਵੱਲੋਂ, ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ। ਸੋ ਇਹ ਇੱਕ ਜਾਣ ਬੁੱਝ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੈਂ ਚਾਹੂੰਗਾ ਇਸ ਦੇ ਉੱਤੇ ਵੀ ਥੋੜ੍ਹਾ ਜਿਹਾ ਚਾਨਣਾ ਤੁਸੀਂ ਜ਼ਰੂਰ ਪਾਓ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ ਮੈਨੇਜਰ ਦਾ ਤਬਾਦਲਾ ਕਰਕੇ। ਮੈਂ ਇਹ ਤੁਹਾਨੂੰ ਸਪਸ਼ਟ ਗੱਲ ਕਹੂੰਗਾ ਵੀ ਸ਼੍ਰੋਮਣੀ ਕਮੇਟੀ ਦੀ ਰਜ਼ਾਮੰਦਗੀ ਬਗੈਰ ਬਾਬਾ ਜਗਤਾਰ ਸਿੰਘ ਡਿਓੜੀ ਨਹੀਂ ਢਾਹ ਸਕਦਾ। ਉਹਦੇ 'ਚ ਬਾਬੇ ਜਗਤਾਰ ਸਿੰਘ ਦਾ ਇੰਨਾ ਕਸੂਰ ਨਹੀਂ ਜਿੰਨਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਤੇ ਅਕਾਲੀ ਆਗੂਆਂ ਦਾ ਕਸੂਰ ਹੈ ਜੀ। ਹੁਣ ਇਹ ਆਮ ਕਿਹਾ ਜਾ ਰਿਹਾ, ਤੁਸੀਂ ਵੇਖ ਲਓ, ਆ ਵੀਡੀਓ ਸੁਣੋ ਸੋਸ਼ਲ ਮੀਡੀਆ ਦੇ ਉੱਤੇ, ਆਮ ਕਹਿ ਰਹੇ ਨੇ ਵੀ ਇਹ ਜਿਹੜੀ ਡਿਊਟੀ ਢਾਈ ਗਈ ਆ, ਇਹ ਜਿਹੜਾ ਗੁਰਪ੍ਰਜਨ ਸਿੰਘ ਕਰਮੂ ਵਾਲਾ ਹੈਗਾ SGPC ਦਾ ਜਨਰਲ ਸੈਕਟਰੀ ਜੀ, ਉਹਦੇ ਆਦੇਸ਼ਾਂ ਤੇ ਢਾਈ ਗਈ ਹੈ। ਤੇ ਬਾਬਾ ਜਗਤਾਰ ਸਿੰਘ ਦੀਆਂ ਸੇਵਾਵਾਂ ਦੀ ਜੇ ਅਸੀਂ ਗੱਲ ਕਰ ਲਓ ਜੀ, ਬਾਬੇ ਜਗਤਾਰ ਸਿੰਘ ਨੇ ਇਕੱਲਾ ਹਿੰਦੁਸਤਾਨ ਦੇ ਵਿੱਚ ਨਹੀਂ, ਪਾਕਿਸਤਾਨ ਦੇ ਵਿੱਚ ਕਈ ਗੁਰਦੁਆਰਿਆਂ ਦੀ ਸੇਵਾਵਾਂ ਕੀਤੀਆਂ ਨੇ। ਡੇਰਾ ਸਾਹਿਬ ਦੀ ਜਿਹੜੀ ਗੁਰਦੁਆਰੇ ਦੀ ਇਮਾਰਤ ਆ ਜੀ, ਪੁਰਾਣੀ ਇਮਾਰਤ ਨੂੰ ਜਿਸ ਤਰੀਕੇ ਨਾਲ ਜਾ ਕੇ ਸੰਭਾਲਿਆ ਉਹ ਵੇਖਣ ਵਾਲੀ ਜਾ ਕੇ ਪਾਕਿਸਤਾਨ ਦੇ ਵਿੱਚ। ਨਵੀਂ ਇਮਾਰਤ ਜਿਹੜੀ ਇਹਨਾਂ ਬਣਾਈ ਉਹ ਬੜੀ ਸੁੰਦਰ ਇਮਾਰਤ ਬਣਾਈ, ਨਾਲ ਉਹਦੇ ਪੁਰਾਣੀ ਇਮਾਰਤ ਨੂੰ ਛਿੜਿਆ ਨਹੀਂ, ਸੰਭਾਲਿਆ ਉਹਨੂੰ। ਤੇ ਮੈਂ ਸੋਚਦਾ ਵੀ ਇਸ ਕਰਕੇ ਜੇ ਬਾਬਾ ਜਗਤਾਰ ਸਿੰਘ ਉੱਥੇ ਜਾ ਕੇ ਸੰਭਾਲ ਸਕਦਾ ਤੇ ਇਸੇ ਸੰਭਾਲ ਸਕਦਾ ਸੀਗਾ। ਇਹ ਉਹਨੂੰ ਕਿਹਾ ਗਿਆ ਵੀ ਤੁਸੀਂ ਇਹ ਜਿਹੜੀ ਢਾਹ ਕੇ ਬਣਾਓ, ਬਕਾਇਆ ਤੌਰ ਤੇ ਲਿਖਿਆ ਵੀ ਗੰਨ ਦੇ ਮਤੇ ਦੇ ਵਿੱਚ। ਹੁਣ ਇਹ ਜੋ ਮਰਜ਼ੀ ਕਰਨ ਜਾ ਮਤਾ ਇਹ ਸੀ, ਉਹ ਮਤਾ ਉਹ ਸੀ। ਅਗਲੀ ਗੱਲ ਕਰਾਂਗੇ ਜੀ। ਬਾਬਾ ਜਗਤਾਰ ਸਿੰਘ ਦੀਆਂ ਸੇਵਾਵਾਂ ਨੂੰ, ਬਾਬੇ ਜਗਤਾਰ ਸਿੰਘ ਦੀ ਇੱਥੇ ਦਰਬਾਰ ਸੇਵਾ ਚੱਲਦੀ ਹੁੰਦੀ ਸੀ। ਸਹੀ ਜਿਸ ਜੋ ਕਰਪਸ਼ਨ ਦਾ ਦੌਰ ਵਧਿਆ ਉਹਦੀ ਸੇਵਾ ਬੰਦ ਕਰ ਦਿੱਤੀ ਗਈ। ਇੰਨੀ ਗੱਲ ਨਹੀਂ, ਮੱਕੜ ਸਾਹਿਬ ਜਦੋਂ ਆਏ ਨੇ, ਅਵਤਾਰ ਸਿੰਘ ਮੱਕੜ ਬਣੇ ਪ੍ਰਧਾਨ, ਉਦੋਂ ਤੇ ਕਰਪਸ਼ਨ ਚਰਨ ਸੀਮਾ ਤੇ ਪੁੱਜ ਗਈ ਸ਼੍ਰੋਮਣੀ ਕਮੇਟੀ ਦੇ ਵਿੱਚ। ਕੋਈ ਭਰਤੀ ਹੋਣੀ, ਸੇਵਾਦਾਰ ਦੀ ਭਰਤੀ ਲੈ ਆਓ ਜੀ, 2 ਲੱਖ ਰੁਪਏ ਭਰਤੀ ਕਰ ਲੈਂਦੇ ਜੀ, ਕਲਰਕ ਭਰਤੀ ਕਰਨ ਇੰਨੇ ਲੱਖ ਲੈ ਆਓ ਜੀ, ਬਾਬਿਆਂ ਨੂੰ ਸੇਵਾ ਜਿਹੜੀ ਇੰਨੇ ਪੈਸੇ ਦੇ ਦਿਓ ਜੀ। ਇੱਕ ਬਾਬਾ ਜਗਤਾਰ ਸਿੰਘ ਦਾ ਸੇਵਾਦਾਰ ਹੁੰਦਾ ਸੀ ਬਾਬਾ ਅਮਰੀਕ ਸਿੰਘ ਜੀ, ਇਹਨਾਂ ਦੋਵਾਂ ਦਾ ਝਗੜਾ ਪੈ ਗਿਆ। ਉਸ ਝਗੜੇ ਦੇ ਵਿੱਚ ਬਾਬਾ ਅਮਰੀਕ ਸਿੰਘ ਦੀ ਜਿਹੜੀ ਸੀ ਉਹ ਪੁਲਿਸ ਨੇ ਫੜਿਆ ਉਹਨੂੰ।
ਪੁਲਿਸ ਦੀ ਇੰਟਰੋਗੇਸ਼ਨ ਦੇ ਵਿੱਚ ਬਕਾਇਦਾ ਤੌਰ ਤੇ ਅੱਜ ਵੀ ਦਰਦ ਆ ਵੀ ਮੱਕੜ ਨੂੰ 5 ਲੱਖ ਰੁਪਇਆ ਦੇ ਕੇ ਦਰਬਾਰ ਸਾਹਿਬ ਦੀ ਬਾਬੇ ਆਪਣੇ ਜਗਤਾਰ ਸਿੰਘ ਨੇ ਸੇਵਾ ਲਈ ਸੀ ਜੀ। ਜੇ ਇਹ ਸੱਚ ਆ ਤੇ ਫਿਰ ਮੈਂ ਸੋਚਦਾ ਵੀ ਬਾਬੇ ਜਗਤਾਰ ਸਿੰਘ ਦਾ ਭਲਾ ਤਾਂ ਹੋਣਾ ਨਹੀਂਗਾ ਕਿ ਗੁਰੂ ਘਰ ਦੀ ਸੰਗਤ ਦੇ ਪੈਸੇ ਸੀ ਸੇਵਾ ਵਾਸਤੇ ਤੇ ਇਹੋ ਜਿਹੇ ਬੰਦੇ ਨੂੰ ਦੇ ਕੇ ਤੇ ਮੱਕੜ ਦਾ ਭਲਾ ਕਿਤੇ ਨਹੀਂ ਹੋਣਾ ਜੀ। ਤੇ ਜੇ ਇਹੋ ਜਿਹੀਆਂ ਸੇਵਾਵਾਂ ਤੁਸੀਂ ਇਦਾਂ ਲੈਣੀਆਂ ਉਹਦੀ ਇੰਟਰੋਗੇਸ਼ਨ 'ਚ ਗੱਲ ਆਉਂਦੀ ਆ ਤੇ ਫਿਰ ਮੈਂ ਸੋਚਦਾ ਵੀ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ। ਇਹਨਾਂ ਮੁੜ ਕੇ ਬੰਦ ਕਰ ਦਿੱਤੀ ਸੇਵਾ ਉਹਦੀ ਤੇ ਬਾਬਾ ਜੀ ਨੇ ਜਾ ਕੇ ਉੱਥੇ ਸਕੂਲ ਖੋਲ੍ਹਤੇ, ਤਰਨਤਾਰਨ ਜਾ ਕੇ ਹਸਪੀਟਲ ਖੋਲ੍ਹਤਾ ਵੀ ਚਲੋ ਇਸ ਤੋਂ ਪਹਿਲੇ ਅਸੀਂ ਚੰਗੀ ਗੱਲ ਆ। ਗੁਰਦੁਆਰੇ ਬੜੇ ਬਣ ਗਏ ਆ, ਹੋਰ ਗੁਰਦੁਆਰੇ ਬਣਾਉਣ ਦੀ ਲੋੜ ਨਹੀਂ, ਸੰਭਾਲਣ ਦੀ ਲੋੜ ਆ। ਬਾਕੀ ਜਿਹੜੀ ਗੱਲ ਜਿਹੜੇ ਹਸਪੀਟਲ ਬਣਾਏ ਹੋ, ਸਕੂਲ ਬਣਾਏ ਹੋ, ਚੰਗੀ ਗੱਲ ਆ। ਲੇਕਿਨ ਇਹ ਸੇਵਾ ਜਿਹੜੀ ਆ ਜਿਹੜੀ ਦੀ ਗੱਲ ਕੀਤੀ ਆ ਇਹਦੇ ਤੇ ਬਿਲਕੁਲ ਇਨਕਾਰ ਨਹੀਂ ਕੀਤਾ। ਜਿਹਦੇ ਬਾਬਾ ਜੀ ਜਗਤਾਰ ਸਿੰਘ ਦੋਸ਼ੀ ਤੇ ਬਰਾਬਰ ਦੀ ਸ਼੍ਰੋਮਣੀ ਕਮੇਟੀ ਵੀ ਦੋਸ਼ੀ ਆ। ਕੱਲੇ ਮੈਨੇਜਰ ਦਾ ਤਬਾਦਲਾ ਕਰਨਾ, ਮੈਨੇਜਰ ਨੇ ਇਹਨਾਂ ਦੇ ਬਗੈਰ ਕੁਝ ਨਹੀਂ ਕੀਤਾ, ਮੈਨੇਜਰ ਇਹਨਾਂ ਦੇ ਦੇਸ਼ਾਂ ਤੋਂ ਬਾਹਰ ਨਹੀਂ ਸੀ ਹੈਗਾ। ਹੁਣ ਇਹ ਜੋ ਮਰਜ਼ੀ ਕਹੀ ਜਾਣ, ਬਾਬੇ ਜਗਤਾਰ ਸਿੰਘ ਹੋਰਾਂ ਮਾਫੀ ਮੰਗ ਲਈ ਵੀ ਸਾਡੀ ਕੋਈ ਗਲਤੀ ਹੋਈ, ਅੱਗੇ ਤੋਂ ਗਲਤੀ ਨਹੀਂ ਕਰਾਂਗੇ ਅਸੀਂ। ਚਲੋ ਜਿਹੜੀ ਗੱਲ ਹੋ ਗਈ ਉਹ ਤਾਂ ਮੁੜ ਨਹੀਂ ਸਕਦੀ, ਲੇਕਿਨ ਫਿਰ ਵੀ ਜੇ ਕਿਤੇ ਕੋਈ ਕਾਰਵਾਈ ਕਰਨੀ, ਜਿਵੇਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਵੇਖੋ ਜੀ ਅਸੀਂ ਇਹ 'ਚੋਂ ਕੀ ਲੈਣਾ ਜੀ, ਸਾਡਾ ਕੋਈ ਲੈਣਾ ਦੇਣਾ ਨਹੀਂ, ਅਸੀਂ ਕੋਈ ਗੱਲ ਨਹੀਂ ਕਰਾਂਗੇ, ਇਹ ਲਾਅ ਐਂਡ ਆਰਡਰ ਦਾ ਮਸਲਾ। ਤੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਜ਼ਿੰਮੇਵਾਰੀ ਤਾਂ ਨਹੀਂ ਭੱਜਣਾ ਚਾਹੀਦਾ। ਜਿਹੜੇ ਦੋਸ਼ੀ 'ਚ ਹੈਗੇ, ਭਾਵੇਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਆ, ਭਾਵੇਂ ਮੈਂਬਰ ਆ, ਭਾਵੇਂ ਅਕਾਲੀ ਆਗੂ ਆ, ਕੋਈ ਸਾਡੀ ਇੱਕ ਇਤਿਹਾਸਕ ਸਥਾਨ ਦੀ ਬਰਬਾਦੀ ਹੋਈ ਆ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਜੀ ਜੀ। ਇਹਦੇ ਵਿੱਚ ਜਿਹੜੀ ਕਰਪਸ਼ਨ ਦੀ ਅਸੀਂ ਗੱਲ ਕਰਦੇ ਹਾਂ ਕਿ ਕਾਰ ਸੇਵਾ ਦੇ ਵਿੱਚ ਜਿਹੜੀ ਕਰਪਸ਼ਨ ਆ, ਕਰਪਸ਼ਨ ਦੀ ਗੱਲ ਕੀਤੀ ਜਾਵੇ ਤਾਂ ਕਰਪਸ਼ਨ ਇਹੀ ਚੀਜ਼ ਹੈ ਕਿ ਜਿਹੜੇ ਪੈਸੇ ਪਹਿਲਾਂ ਦੇ ਦਿੱਤੇ ਜਾਂਦੇ ਆ, ਬਾਅਦ ਦੇ ਵਿੱਚ ਉਹ ਆਪ ਜਿੰਨੇ ਮਰਜ਼ੀ ਇਕੱਠੇ ਕਰ ਲਓ। ਬਿਲਕੁਲ ਜੀ, ਉਹ ਤਾਂ ਕੋਈ ਲੇਖਾ ਹੀ ਨਹੀਂਗਾ। 2010 ਦੇ ਵਿੱਚ ਬਾਬਾ ਭੂਰੀ ਵਾਲੇ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਜੀ ਮੈਂ ਕਿਸੇ ਦੀ ਬਦਨਾਮੀ ਨਹੀਂ ਕਰਦਾ ਜੀ, ਮੈਂ ਸਿਰਫ ਇੰਨੀ ਗੱਲ ਕਹੂੰਗਾ ਵੀ ਭੂਰੀ ਵਾਲੇ ਸੰਪਰਦਾ ਜਿਹੜੀ ਆ ਉਹ ਨਿਰਮਲ ਸੰਪਰਦਾ ਦੇ ਨੇ ਜੀ। ਵੈਸੇ ਤੇ ਸਿੱਖ ਪੰਥ ਦੇ ਵਿੱਚ ਪੰਥ ਜਿਹੜੇ ਪੰਜ ਪੰਥ ਮਨਜ਼ੂਰ ਨੇ ਜੀ, ਉਦਾਸੀ ਪੰਥ, ਨਿਰਮਲ ਪੰਥ, ਸੇਵਾਪੰਥੀ ਪੰਥ, ਸਹਿਜਧਾਰੀ ਪੰਥ ਤੇ ਖਾਲਸਾ ਪੰਥ ਜੀ। ਉਦਾਸੀ ਪੰਥ ਉਹ ਆ ਬਾਬੇ ਸ਼੍ਰੀ ਚੰਦ ਦੇ ਚੇਲੇ ਜਿਹੜੇ ਜੰਗਲਾਂ ਜਾ ਕੇ ਭਗਤੀ ਕਰਦੇ, ਆਪਣੀ ਜ਼ਿੰਮੇਵਾਰੀ ਦੇ ਭਜਦੇ ਨੇ ਜੀ। ਨਿਰਮਲੇ ਪੰਥ ਉਹਦੇ ਜਿਹੜੇ ਵੇਦ ਲਿਖਦੇ, ਕਿਤਾਬਾਂ ਲਿਖਦੇ, ਉਹ ਨਿਰਮਲੇ ਪੰਥ ਜੀ। ਸੇਵਾਪੰਥੀ ਉਹ ਜਿਹੜੇ ਸੇਵਾ ਕਰਦੇ ਨੇ, ਜਿਹਦੇ ਵਿੱਚ ਕਾਰਜ ਵਾਲੇ ਬਾਬੇ ਵੀ ਆ ਜਾਂਦੇ ਆ। ਸਹਿਜਧਾਰੀ ਪੰਥ ਉਹ ਆ ਜਿਹੜੇ ਬੰਦੇ ਵਪਾਰੀ ਲੋਕ ਨੇ, ਵਪਾਰ ਕਰਕੇ ਤੇ ਆਪਣਾ ਦਸਵੰਧ ਗੁਰੂ ਘਰ ਚੜਾਉਂਦੇ ਨੇ। ਤੇ ਖਾਲਸਾ ਪੰਥ ਉਹ ਆ ਜਿਹਦਾ ਕੰਮ ਜ਼ੁਲਮ ਤੇ ਜ਼ਾਲਮ ਦੇ ਵਿਰੁੱਧ ਜਿਹੜਾ ਟੱਕਰ ਲੈਣਾ ਜੀ। ਤੇ ਮੈਂ ਇਹ ਮਹਿਸੂਸ ਕਰਦਾ ਵੀ ਇਹਦੇ ਵਿੱਚ ਐਤਕੀ ਜੇ ਨਿਰਮਲ ਸੰਪਰਦਾ ਵਾਲੇ ਆ, ਉਹ ਸਾਡੀ ਰਹਿਤ ਮਰਿਆਦਾ ਅਨੁਸਾਰ ਜਿਹੜੇ ਅੰਮ੍ਰਿਤ ਨਹੀਂ ਛਕਦੇ, ਉਹ ਅੰਮ੍ਰਿਤ ਕਛਹਿਰਾ ਨਹੀਂ ਪਾਉਂਦੇ, ਉਹ ਆਪਣੀ ਲੰਗੋਟੀ ਬੰਨ੍ਹਦੇ ਆ, ਉਹ ਆਪਣੇ ਚੋਲੇ ਪਾਉਂਦੇ ਤਰੀਕੇ ਦੇ। ਤੇ ਮੈਨੂੰ ਨਹੀਂ ਉਮੀਦ ਵੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਅੰਮ੍ਰਿਤ ਛਕਿਆ ਹੋਊਗਾ। ਜੇ ਅੰਮ੍ਰਿਤ ਨਹੀਂ ਛਕਿਆ ਤੇ ਉਹ ਮਰਿਆਦਾ ਦੇ ਖਰੇ ਨਹੀਂ ਉਤਰਦੇ, ਉਹਨਾਂ ਨੂੰ ਸੇਵਾ ਤੁਸੀਂ ਵੈਸੇ ਵੀ ਨਹੀਂ ਦੇ ਸਕਦੇ ਆਪਣੀ ਮਰਿਆਦਾ ਮੁਤਾਬਕ। ਵੈਸੇ ਉਹ ਪੰਥ ਸਾਡਾ, ਜੇ ਉਹਨੂੰ ਸੇਵਾ ਤੁਸੀਂ 2010 ਦੇ ਵਿੱਚ ਦੇ ਦਿੱਤੀ ਵੀ ਦਰਬਾਰ ਸਾਹਿਬ ਦੀ ਜੇ ਜਿਹੜੀ ਦਰਵਾਜ਼ੇ ਬਦਲਣੇ, ਉਹ ਦਰਵਾਜ਼ੇ ਵਾਕਿਆ ਹੀ ਕਾਫੀ ਖਸਤਾ ਹਾਲਤ ਦੇ ਵਿੱਚ ਸੀ, ਕਾਲੀ ਟਾਲੀ ਦੇ ਬਣੇ ਸੀ, 2-3 ਸਦੀਆਂ ਪੁਰਾਣੇ ਸੀਗੇ, ਉਹ ਖਸਤਾ ਹਾਲਤ ਸੀਗੇ, ਉਹ ਬਦਲਣੇ ਜ਼ਰੂਰੀ ਸੀਗੇ। ਲੇਕਿਨ ਉਦੋਂ ਬਾਬਾ ਜੀ ਨੇ ਕਿਹਾ ਸੀ ਵੀ ਅਸੀਂ ਜਿਹੜੇ ਟੈਂਪਰੇਰੀ ਦਰਵਾਜ਼ੇ ਲਾਤੇ ਨੇ ਬਣਾ ਕੇ, ਉਹ ਲਾ ਕੇ ਰੱਖ ਦਿੱਤੇ ਨੇ, ਤੇ ਜਿਹੜੇ ਅਸਲੀ ਦਰਵਾਜ਼ੇ ਅਸੀਂ 6 ਮਹੀਨੇ 'ਚ ਬਣਾ ਕੇ ਜਿਹੜੇ ਸੀ ਉਹ ਚੜਾਵਾਂਗੇ ਜੀ। ਤੇ 8 ਸਾਲ ਉਹਨੂੰ ਲੱਗੇ। ਕਾਰਨ ਕੀ ਸੀਗਾ ਵੀ ਬਾਬੇ ਨੂੰ ਪਹਿਲੀ ਗੱਲ ਤੇ ਜਿਹੜਾ ਸ਼੍ਰੋਮਣੀ ਕਮੇਟੀ ਸੇਵਾ ਦੰਦ ਵਿੱਚ ਉਹ 'ਚ ਲਿਖਿਆ ਹੁੰਦਾ ਬਕਾਇਆ ਤੌਰ ਤੇ ਵੀ ਕਿਸੇ ਕਿਸਮ ਦੀ ਕੋਈ ਗੋਲਕ, ਕਿਸੇ ਕਿਸਮ ਦੀ ਟੋਕਰੀ ਰੱਖੀ ਜਾਊਗੀ। ਲੇਕਿਨ ਜਿਹੜੇ ਕਾਰ ਸੇਵਾ ਵਾਲੇ ਉਹ ਟੋਕਰੀਆਂ ਵੀ ਰੱਖਦੇ ਆ, ਉਹ ਗੋਲਕ ਵੀ ਰੱਖਦੇ ਆ। 8 ਸਾਲ ਬਾਬਾ ਭੂਰੀ ਵਾਲਿਆਂ ਨੇ ਪੂਰੀ ਗ੍ਰਾਹੀ ਕੀਤੀ। ਜੇ ਕਿਤੇ ਦਰਸ਼ਨ ਡੋੜੀ ਵਾਲਾ ਕਾਂਡ ਨਾ ਵਾਪਰਦਾ ਤੇ ਉਹ ਅਜੇ ਵੀ ਗ੍ਰਾਹੀ ਕਰੀ ਜਾਂਦੇ ਸੀਗੇ। ਜਦੋਂ ਇਹ ਕਾਂਡ ਵਾਪਰ ਗਿਆ ਤੇ ਫਿਰ ਰਾਤੋਂ ਰਾਤ ਉਹਨਾਂ ਦਾ ਬੋਰੀਆ ਬਿਸਤਰਾ ਦਰਬਾਰ ਸਾਹਿਬ ਤੋਂ ਚੁਕਾ ਦਿੱਤਾ ਗਿਆ ਜੀ। ਮੇਰਾ ਕਹਿਣ ਤੋਂ ਭਾਵ ਵੀ ਇਹ ਪੈਸੇ ਨਹੀਂ ਇਕੱਠੇ ਕਰਦੇ। ਜੇ ਬਾਬੇ ਕਸ਼ਮੀਰ ਸਿੰਘ ਭੂਰੀ ਵਾਲੇ ਤੁਸੀਂ ਇਕੱਲੇ ਜਾ ਕੇ ਪੁੱਛ ਲਓ ਬਾਬਾ ਜੀ ਸੇਵਾ ਕਿੱਦਾਂ ਮਿਲਦੀ ਆ, ਤੁਹਾਨੂੰ ਨਹੀਂ ਪਤਾ ਕਿ ਮਿਲਦੀ ਹੈ। ਟੈਚੀ ਦੇਣੇ ਪੈਂਦੇ, ਟੈਚੀ ਦੇਣੇ ਪੈਂਦੇ, ਉੱਥੇ ਸਾਰੇ ਦੇਣੇ ਪੈਂਦੇ। ਤੇ ਅਸੀਂ ਪੁੱਛਦੇ ਬਾਬਾ ਜੀ ਫਿਰ ਸੇਵਾ ਕਰਨ ਦਾ ਫਾਇਦਾ ਕੀ ਹੈ? ਫਿਰ ਸੇਵਾ ਤਾਂ ਨਾ ਹੋਈ, ਫਿਰ ਤਾਂ ਵਪਾਰ ਹੋ ਗਿਆ ਨਾ ਇਹ। ਇਸ ਕਰਕੇ ਮੈਂ ਸੋਚਦਾ ਵਾਂ ਵੀ ਜੇ ਕਿਤੇ ਲੋਕਲ ਕਮੇਟੀਆਂ ਜਿਹੜੀਆਂ 1925 ਹੈਗੀਆਂ ਸੀ, ਜੇ ਬਣੀਆਂ ਸੀ, ਉਹਦੇ ਮੁਤਾਬਕ ਪ੍ਰਬੰਧ ਰਹਿੰਦਾ ਤੇ ਸ਼ਾਇਦ ਇੰਨੀ ਕਰਪਸ਼ਨ ਨਾ ਹੁੰਦੀ ਜਿੰਨੀ ਇਸ ਵੇਲੇ ਕਰਪਸ਼ਨ ਵੱਧ ਚੁੱਕੀ ਆ। ਤੇ ਕਾਰ ਸੇਵਾ ਵਾਲੇ ਬਾਬੇ ਜਿਹੜੇ ਆ ਇਹ ਲੋਕਾਂ ਕੋਲ ਪੈਸੇ ਵੀ ਇਕੱਠੇ ਕਰਦੇ ਆ, ਸਾਡੀਆਂ ਇਮਾਰਤਾਂ ਵੀ ਢਾਉਂਦੇ ਆ, ਦੇਖਸਰ ਕਟਾਣਾ ਦੀ ਜਿਹੜੀ ਡਿਊਟੀ ਉਹ ਵੀ ਢਾ ਦਿੱਤੀ ਗਈ।
ਤਰਨਤਾਰਨ ਦੀ ਰੋਈ ਢਾਹ ਦਿੱਤੀ ਗਈ। ਇੱਕ ਸਾਡਾ ਨਿੰਮ ਦਾ ਦਰਖਤ ਜਿੱਥੇ ਗੁਰੂ ਸਾਹਿਬ ਆ ਕੇ ਬੈਠੇ ਸੀ, ਜਿਸ ਪਾਸੇ ਗੁਰੂ ਸਾਹਿਬ ਆ ਕੇ ਬੈਠੇ ਸੀ ਉਹ ਨਿੰਮ ਦੀਆਂ ਮਮੋਲੀਆਂ ਮਿੱਠੀਆਂ ਸੀ, ਦੂਜੇ ਪਾਸੇ ਕੌੜੀਆਂ ਸੀਗੀਆਂ। ਉਹ ਨਿੰਮ ਨੂੰ ਢਾਉਣ ਵਾਸਤੇ ਲੋਕਾਂ ਦੀ ਰਾਏ ਲਈ ਗਈ। ਲੋਕਾਂ ਨੇ ਕਿ ਨਹੀਂ, ਇਹ ਇੰਨੀ ਵੱਡੀ ਨਹੀਂ ਜਾਣੀ ਚਾਹੀਦੀ। ਲੇਕਿਨ ਕਾਰ ਸੇਵਾ ਨੇ ਕੀਤਾ ਵੀ ਉਹਦੇ ਤੇ ਪਾਣੀ ਇੰਨਾ ਕੁ ਪਾਤਾ, ਇੰਨੀ ਕੁ ਥੱਲੇ ਪੋਲੀ ਕਰਦੀ ਵੀ ਇੱਕ ਪਾਸੇ ਡਿੱਗ ਪਈ। ਡਿੱਗਣ ਕਰਕੇ ਮੁੜ ਕੇ ਉਹ ਨਿੰਮ ਉੱਥੋਂ ਖਤਮ ਕਰਦੀ। ਜੇ ਆਪਾਂ ਕਾਰ ਸੇਵਾ ਇਹੋ ਕੁਝ ਹੀ ਕਰਨਾ ਵਾ ਤੇ ਫਿਰ ਕਾਰ ਸੇਵਾ ਨਾ ਹੋਈ, ਫਿਰ ਇਹ ਮਾਰ ਸੇਵਾ ਵਾ। ਇਹ ਸ਼੍ਰੋਮਣੀ ਕਮੇਟੀ ਚਾਹੀਦਾ ਵਾ ਵੀ ਬਕਾਇਦਾ ਤੌਰ ਤੇ ਕਿ ਵਿਦਵਾਨਾਂ ਦੀ ਕਮੇਟੀ ਬਣਾਵੇ, ਉਹ ਫੈਸਲਾ ਕਰੇ, ਉਹਦੇ 'ਚ ਮਾਹਿਰ ਹੋਣ, ਇੰਜੀਨੀਅਰ ਹੋਣ। ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਸਿੱਖ ਹੈਗੇ ਆ ਮਾਹਿਰ, ਜਿਹੜੇ ਉਹ ਫ੍ਰੀ ਨਿਸ਼ਕਾਮ ਸੇਵਾ ਕਰਨ ਲਈ ਤਿਆਰ ਨੇ। ਤੇ ਇਸ ਕਰਕੇ ਮੈਂ ਸੋਚਦਾ ਵੀ ਉਹ ਕਮੇਟੀ ਬਣਾਵੇ, ਜਦੋਂ ਕਿਸੇ ਸੇਵਾ ਦੇਣੀ ਆ ਉਹਦਾ ਪੂਰਾ ਇੱਕ ਐਸਟੀਮੇਟ ਤਿਆਰ ਕੀਤਾ ਜਾਵੇ ਵੀ ਕਿੰਨੇ ਪੈਸੇ ਲੱਗਣੇ, ਕਿੰਨੇ 'ਚ ਬਣਨੀ ਹੈ, ਕਿੰਨਾ ਸਮਾਂ ਲੱਗੂਗਾ, ਤੇ ਫਿਰ ਸੇਵਾ ਦੇਵੇ। ਇਹ ਨਹੀਂ ਕਿ ਪੁੱਤਰੋਂ ਹੁਕਮ ਆ ਗਿਆ ਸੇਵਾ ਦੇ ਦਿੱਤੀ, ਹੁਕਮ ਆ ਗਿਆ ਤਾਂ ਸੇਵਾ ਬੰਦ ਕਰਤੀ, ਇਹ ਨਾ ਹੋਵੇ ਜੀ। ਭੱਟੀ ਸਾਹਿਬ, ਇਸ ਦੇ ਨਾਲ ਨਾਲ ਜਿਹੜੀਆਂ ਬਹੁਤ ਸਾਰੀਆਂ ਇਮਾਰਤਾਂ ਆ ਜਿਨ੍ਹਾਂ ਨੂੰ ਬਿਲਕੁਲ ਤਬਦੀਲ ਹੀ ਕਰ ਦਿੱਤਾ ਗਿਆ, ਠੰਡੇ ਬੁਰਜ ਦੀ ਗੱਲ ਕਰ ਲਈ ਜਾਵੇ, ਚਮਕੌਰ ਦੀ ਗੜੀ ਦੀ ਗੱਲ ਕਰ ਲਈ ਜਾਵੇ, ਜਾਂ ਹੋਰ ਬਹੁਤ ਸਾਰੀਆਂ ਇਮਾਰਤਾਂ ਦੀ ਜਿਹੜੀ ਗੱਲ ਆ ਉਹ ਕਰ ਲਈ ਜਾਵੇ, ਤਾਂ ਉਹ ਲੋਕ ਜਿਹੜੇ ਬਾਹਰੋਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ, ਜਿਹੜੇ ਪਹਿਲਾਂ ਉਹਨਾਂ ਨੂੰ ਕਹਾਣੀਆਂ ਸੁਣਾਉਂਦੇ ਆ ਕਿ ਚਮਕੌਰ ਦੀ ਕੱਚੀ ਗੜੀ ਸੀਗੀ ਜਿਸ ਦੇ ਵਿੱਚ ਗੁਰੂ ਸਾਹਿਬ ਜਿਹੜੇ ਆ ਉਹ ਜਾ ਕੇ ਰੁਕੇ ਜਦੋਂ ਮੁਗਲਾਂ ਨੇ ਘੇਰਾ ਪਾਇਆ। ਪਰ ਮੈਂ ਬੜੀ ਇੱਕ ਤਰਸਯੋਗ ਗੱਲ ਆ ਕਿ ਮੈਂ 2 ਸਾਲ ਪਹਿਲਾਂ ਜਿਹੜਾ ਆ ਉਹ ਇੱਥੇ ਚਮਕੌਰ ਸਾਹਿਬ ਗਿਆ, ਤੇ ਉੱਥੇ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਸੀਗੇ ਤਾਂ ਇੱਕ ਅਮਰੀਕਾ ਤੋਂ ਆਈ ਔਰਤ ਜਿਹੜੀ ਆ ਉਹ ਮੇਰੇ ਕੋਲ ਆਈ, ਤੇ ਉਹਨੇ ਕਿਹਾ ਕਿ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਆਈ ਆ, ਉਹ ਮੇਰੇ ਬੱਚੇ ਆ ਨਾਲ, ਮੈਂ ਕੀ ਵਿਖਾਵਾਂ, ਇਹ ਤੇ ਸਾਰਾ ਪੱਕਾ ਕਰ ਦਿੱਤਾ ਆਸੇ-ਪਾਸੇ ਇੱਟਾਂ ਲਾ ਕੇ, ਵੀ ਮੈਂ ਇਹਨਾਂ ਨੂੰ ਦੱਸਿਆ ਕੁਝ ਹੋਰ, ਇੱਥੇ ਆ ਕੇ ਕੁਝ ਹੋਰ ਨਿਕਲਿਆ। ਸੋ ਲੋਕ ਬੜੇ ਇਸ ਚੀਜ਼ ਤੋਂ ਤੰਗ ਨੇ ਕਿ ਬਾਬੇ ਜਿਹੜੇ ਆ ਇਸ ਤਰ੍ਹਾਂ ਮਾਰਬਲ ਲਾ ਕੇ ਜਾਂ ਛੋਟੀਆਂ ਇੱਟਾਂ ਜਿਹੜੀਆਂ ਉਹ ਲਾ ਕੇ ਉਸ ਚੀਜ਼ ਦਾ ਜਿਹੜਾ ਉਸ ਨੂੰ ਸਾਂਭਣ ਦੀ ਬਜਾਏ ਉਸ ਨੂੰ ਪੱਕਾ ਹੀ ਕਰਤਾ ਕਿ ਇਹ ਬਸ ਇਸ ਤਰ੍ਹਾਂ ਹੀ ਸੀਗੀ। ਉਹ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹ ਕਿਵੇਂ ਉਹ ਚੀਜ਼ ਨੂੰ ਜਿਹੜਾ ਉਹ ਦੇਖ ਸਕਣਗੀਆਂ। ਮੈਂ ਤੁਹਾਨੂੰ ਦੱਸਿਆ ਜੀ, ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਡੇਰਾ ਸਾਹਿਬ ਗੁਰਦੁਆਰੇ ਬਾਬਾ ਜਗਤਾਰ ਸਿੰਘ ਨੇ ਜਾ ਕੇ ਸੇਵਾ ਕੀਤੀ ਹੈ, ਉਹਨਾਂ ਨੇ ਜਿਹੜੀ ਪੁਰਾਣੀ ਇਮਾਰਤ ਆ ਉਹਦੀ ਰਿਪੇਅਰ ਕਰਕੇ ਉਹਨੂੰ ਐਜ ਇਟ ਰੱਖਿਆ, ਪੂਰਾ ਸੰਭਾਲਿਆ ਉਹਨੂੰ, ਜੇ ਕਿਤੇ ਸਪੋਰਟ ਦਿੱਤੀ ਆ, ਲੇਕਿਨ ਉਹਦੇ ਬਰਾਬਰ ਇੱਕ ਨਵੀਂ ਇਮਾਰਤ ਖੜੀ ਕਰਤੀ ਜੇ ਪ੍ਰਕਾਸ਼ ਕਰਤੀ ਜੇ ਦੀਵਾਨ ਸਜਾਏ ਜਾਂਦੇ। ਤੇ ਮੇਰਾ ਕਹਿਣ ਤੋਂ ਭਾਵ ਜੇ ਇਦਾਂ ਵੀ ਕੀਤਾ ਤਾਂ ਚੰਗੀ ਗੱਲ ਸੀ। ਚਮਕੌਰ ਦੀ ਗੜੀ ਤੇ ਪਤਾ ਹੀ ਨਹੀਂ ਕਿੱਥੇ ਗੜੀ ਹੈਗੀ, ਕੱਚੀ ਗੜੀ ਕਿੱਥੇ ਆ, ਸਰਹੰਦ ਦੀ ਕਦਾ ਨਹੀਂ ਪਤਾ ਕਿੱਥੇ ਗਈਆਂ। ਤੇ ਟੋਡਰਮਲ ਦੀ ਜਿਹੜੀ ਹਵੇਲੀ ਆ ਉਹਦੀ ਤੁਸੀਂ ਰਿਪੇਅਰ ਨਹੀਂ ਕਰ ਸਕੇ, ਜਹਾਜੀ ਹਵੇਲੀ ਨਹੀਂ ਰਿਪੇਅਰ ਕਰ ਸਕੇ। ਕਿਹੜਾ ਦੱਸੋ ਕੰਮ ਅੱਜ ਤੱਕ ਚਾਹੀਦਾ ਕੀਤਾ ਵਾ। ਇਸ ਕਰਕੇ ਮੈਂ ਸੋਚਦਾ ਵੀ ਕਾਰ ਸੇਵਾ ਨੂੰ ਅੰਨ੍ਹੇਵਾਹ ਸੇਵਾ ਦਿੱਤੀ ਜਾਵੇ, ਬਕਾਇਦਾ ਤੌਰ ਤੇ ਕਮੇਟੀ ਬਣਾਓ, ਮਾਹਰ ਸ਼ਾਮਿਲ ਕਰੋ, ਵਿਦਵਾਨ ਸ਼ਾਮਿਲ ਕਰੋ, ਬੁੱਧੀਜੀਵੀ ਸ਼ਾਮਿਲ ਕਰੋ, ਉਹਦੇ ਵਿੱਚ ਹੋ ਸਕਦੇ ਇੱਕ ਦੋ ਪੱਤਰਕਾਰ ਵੀ ਸ਼ਾਮਿਲ ਕਰ ਲਓ, ਉਹ ਫੈਸਲਾ ਕਰਨ ਵੀ ਇਹਦਾ ਕੰਮ ਕਿਵੇਂ ਕਰਨਾ ਵਾ। ਅਸੀਂ ਸੋਚਦੇ ਹਾਂ ਵਿਰਾਸਤ ਨੂੰ ਸੰਭਾਲ ਲੈਣਾ ਚਾਹੀਦਾ ਵਾ, ਵਿਰਾਸਤ ਨੂੰ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ। ਸ਼ਾਰਦਾ ਪੀਠ ਮੰਦਰ ਜਿਹਦੇ ਵਾਸਤੇ ਹਿੰਦੂ ਕਮਿਊਨਿਟੀ ਨੇ ਕਿਹਾ ਵੀ ਸਾਨੂੰ ਕੋਰੀਡੋਰ ਚਾਹੀਦਾ। ਇਹ ਵੀ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਹਿੰਦੂਆਂ ਦੇ 5-5 ਹਜ਼ਾਰ ਸਾਲ ਪੁਰਾਣੇ ਮੰਦਰ ਜਿਹੜੇ ਆ ਜੇ ਉੱਦਾਂ ਦੇ ਉੱਦਾਂ ਪਏ ਆ। ਇੱਥੇ ਕੁਝ ਸੈਂਕੜੇ ਸਾਲ ਪਹਿਲਾਂ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਨੂੰ ਪੱਕਾ ਕਰ ਦਿੱਤਾ ਗਿਆ ਇਮਾਰਤਾਂ ਨੂੰ, ਪਰ ਹਿੰਦੂਆਂ ਦੇ ਅਜੇ ਵੀ ਦੇਖਿਆ ਜਾਵੇ ਪਾਕਿਸਤਾਨ ਦੇ ਵਿੱਚ ਵੀ ਮੰਦਰ ਹੈਗੇ ਆ, ਇੱਥੇ ਵੀ ਗੱਲ ਕੀਤੀ ਜਾਵੇ ਤਾਂ ਬਹੁਤ ਪੁਰਾਣੇ ਮੰਦਰ ਆ। ਫਿਰ ਇਹਨਾਂ ਨੂੰ ਕਿਉਂ ਖਤਰਾ ਪੈ ਜਾਂਦਾ ਕਿ ਇਹ ਚੀਜ਼ ਡਿੱਗ ਪੈਣੀ ਆ, ਡਿਊੜੀ ਚੰਗੀ ਭਲੀ ਇਹਨੂੰ ਢਾਤਾ। ਸ਼ਾਰਦਾ ਪੀਠ ਮੰਦਰ 5000 ਸਾਲ ਪੁਰਾਣਾ ਜੀ। ਆਜ਼ਾਦੀ ਮਿਲਿਆ ਨੂੰ ਸਿਰਫ 70 ਸਾਲ ਹੋਏ ਆ, 72 ਸਾਲ ਹੋਏ ਆ, ਲੇਕਿਨ ਉਸ ਤੋਂ ਪਹਿਲਾਂ ਤੇ ਸਗੋਂ ਸਾਂਝਾ ਸੀ ਨਾ ਜੀ। ਸ਼ਾਰਦਾ ਪੀਠ ਮੰਦਰ ਨੂੰ ਕਿਸੇ ਵੀ ਹਿੰਦੂ ਨੇ ਜਾਂ ਹਿੰਦੂ ਕਮਿਊਨਿਟੀ ਜਾਂ ਹਿੰਦੂ ਤਖਤ ਨੇ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਜੀ। ਉਹ ਐਜ ਇਟ ਖੜਾ ਵਾ। ਉੜੀਸਾ ਚਲ ਜਾਓ ਤੁਸੀਂ, ਉੜੀਸਾ 'ਚ ਸਨ ਟੈਂਪਲ ਹੈ ਇੱਕ। ਸਨ ਟੈਂਪਲ ਦੇ ਵਿੱਚ ਕੀ ਆ, ਵਾਕਿਆ ਉਹਦੀ ਇਮਾਰਤ ਜਰਜਰਾ ਹੋ ਗਈ, ਉਹਨਾਂ ਨੇ ਅੰਦਰੋਂ ਉਹਨੂੰ ਪੱਥਰ ਨਾਲ ਭਰ ਕੇ ਖੜੀ ਕਰਤਾ ਵੀ ਇਮਾਰਤ ਨੂੰ ਕੁਛ ਨਹੀਂ ਕਹਿਣਾ, ਇਹ ਐਜ ਇਟ ਰਹਿਣੀ ਚਾਹੀਦੀ। ਉਹ ਲੋਕਾਂ ਦੀ ਖਿੱਚ ਦਾ ਕੇਂਦਰ ਆ ਵੀ ਸਾਡੇ ਜਿਹੜੇ ਵੱਡੇ ਸੀ ਉੱਥੇ ਕੀ ਕਰਦੇ ਸੀ, ਉਹਨਾਂ ਦੀਆਂ ਮੂਰਤਾਂ ਬਣੀਆਂ ਨੇ, ਉਹਨਾਂ ਦੀ ਉੱਥੇ ਇੱਕ ਸੂਰਜੀ ਘੜੀ ਬਣੀ ਆ, ਬੜੀ ਵਧੀਆ ਉੱਥੇ ਬਣੀ ਆ, ਉਹ ਵੇਖਣ ਵਾਲਾ। ਉਹਨਾਂ ਸੰਭਾਲ ਕੇ ਰੱਖਿਆ, ਪੂਰੀ ਮੰਦਰ ਆ ਉਹਨਾਂ ਉਹਦਾ ਐਜ ਸੰਭਾਲ ਕੇ ਰੱਖਿਆ। ਜਿਹੜੇ ਹਜ਼ਾਰਾਂ ਸਾਲ ਪੁਰਾਣੇ ਮੰਦਰ ਆ, ਤੇ ਸਾਡੇ ਬਾਬਿਆਂ ਨੂੰ ਕੀ ਬਿਮਾਰੀ ਪੈਂਦੀ ਸੰਭਾਲਣ ਵਾਸਤੇ ਜੀ? ਸ਼੍ਰੋਮਣੀ ਕਮੇਟੀ ਕੋਈ ਨਹੀਂ ਕਰਦੀ ਇਹਦੇ ਬਾਰੇ 'ਚ। ਇਸ ਕਰਕੇ ਸੋਚਦਾ ਵੀ ਜੇ ਆਪਣੇ ਪੱਲੇ ਅਕਲ ਨਾ ਹੋਵੇ ਤਾਂ ਗੁਆਂਢੀ ਕੋਲ ਸਿੱਖ ਲਓ। ਇਸ ਕਰਕੇ ਸਾਨੂੰ ਉਹਨਾਂ ਕੋਲ ਅਕਲ ਲੈਣੀ ਚਾਹੀਦੀ ਆ ਵੀ ਇਹਨਾਂ ਨੇ ਵੀ ਕੀ ਕੀਤਾ, ਅਸੀਂ ਕੀ ਕਰ ਰਹੇ ਹਾਂ। ਤੁਸੀਂ ਮੈਂ ਪੂਰੀ ਮੰਦਰ ਜਾ ਕੇ ਆਇਆ, ਜਦੋਂ ਮੈਂ ਉੱਥੇ ਗਿਆ ਤਾਂ ਲਿਖਿਆ ਸੀ ਵੀ ਓਨਲੀ ਹਿੰਦੂਜ਼ ਆਰ ਅਲਾਊਡ, ਤੇ ਮੈਂ ਉੱਥੋਂ ਵਾਪਸ ਆਉਣ ਲੱਗਾ ਤੇ ਮੇਰੇ ਪਿੱਛੇ ਉਹ ਡੀਸੀ ਭੱਜਾ, ਸਰਦਾਰ ਜੀ ਵਾਪਸ ਆ ਰਹੇ। ਮੈਂ ਕਿਹਾ ਤੁਸੀਂ ਲਿਖਿਆ ਜੀ? ਉਹਨਾਂ ਨੇ ਨਹੀਂ, ਤੁਹਾਡੇ ਵਾਸਤੇ, ਤੁਸੀਂ ਜਾਓ ਜੀ। ਅਸੀਂ ਗਏ, ਮੇਰੀ 2 ਰਿਪੋਰਟਰ ਸੀ, ਅਸੀਂ ਗੱਲਬਾਤ ਵੀ ਕੀਤੀ ਉਹਦੇ ਨਾਲ,
ਜਾ ਕੇ ਵੇਖਿਆ ਉਹਨਾਂ ਨੇ ਅੰਦਰੋਂ ਬਿਲਕੁਲ ਨਹੀਂ ਛੜਿਆ ਮੰਦਰ ਨੂੰ। ਹਾਂ ਉਹਦੀ ਰਿਪੇਅਰ ਕੀਤੀ ਹੈ, ਉਹਦੀ ਸਪੋਰਟ ਦਿੱਤੀ ਹੈ ਵੀ ਇਹਨੂੰ ਖੜਾ ਕਿਵੇਂ ਰੱਖਣਾ ਅਸੀਂ। ਸਨ ਟੈਂਪਲ ਖੜਾ ਕੀਤਾ ਉਹਨਾਂ ਨੇ। ਤੇ ਜੇ ਆਪਾਂ ਨਹੀਂ ਕੁਝ ਆਪਣੇ ਪੱਲੇ ਅਕਲ ਨਹੀਂ ਗਈ ਦੂਜੇ ਪਾਸੋਂ ਅਕਲ ਲੈ ਲਓ ਤੁਸੀਂ ਹੌਲੀ ਵਾਲੀ ਕੋਈ ਨਾ ਕੋਈ। ਇਸ ਕਰਕੇ ਮੈਂ ਸੋਚਦਾ ਸਾਡੀ ਵਿਰਾਸਤ ਨੂੰ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ ਜੀ, ਉਹਨੂੰ ਸੰਭਾਲਿਆ ਜਾਣਾ ਚਾਹੀਦਾ ਜੀ। ਜਿਹੜੀ 200 ਸਾਲ ਪੁਰਾਣੀ ਡਿਊਟੀ ਸੀ ਉਹਨੂੰ ਕੱਖ ਨਹੀਂ ਸੀ ਹੋਇਆ ਜੀ, ਕੁਛ ਨਹੀਂ ਸੀ ਹੋਇਆ। ਤੇ ਬਾਬੇ ਜਗਤਾਰ ਸਿੰਘ ਨੇ ਜੋ ਕੀਤਾ ਉਹਦੀ ਸ਼ਮੂਲੀਅਤ ਜਿਹੜੀ ਆ ਸ਼੍ਰੋਮਣੀ ਕਮੇਟੀ ਦੀ ਆਪਣੀ ਹੈਗੀ ਆ। ਜੇ ਬਾਬੇ ਜਗਤਾਰ ਸਿੰਘ ਨੇ ਪਾਕਿਸਤਾਨ ਜਾ ਕੇ ਉੱਥੇ ਸਰਕਾਰ ਨਾਲ ਮਿਲ ਕੇ ਸੇਵਾ ਕਰਾਈ 5-7 ਗੁਰਦੁਆਰਿਆਂ ਦੀ, ਉੱਥੇ ਡੇਰਾ ਸਾਹਿਬ ਗੁਰਦੁਆਰਾ ਸੰਭਾਲਿਆ ਜਾ ਕੇ ਉੱਥੇ, ਤੇ ਫਿਰ ਇਹ ਕੋਈ ਨਹੀਂ ਸੰਭਾਲ ਸਕਦੇ ਜੀ। ਸੋ ਬਿਲਕੁਲ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਪ੍ਰੀਤ ਸਿੰਘ ਜੀ ਪੱਟੀ, ਜਿਨ੍ਹਾਂ ਨੇ ਸਾਨੂੰ ਸਮੁੱਚੀ ਜਾਣਕਾਰੀ ਜਿਹੜੀ ਆ ਉਹ ਕਾਰ ਸੇਵਾ ਦੇ ਨਾਮ ਦੇ ਉੱਤੇ ਕਿਵੇਂ ਕਿਵੇਂ ਕੰਮ ਹੋ ਰਿਹਾ ਆ, ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸੇਵਾ ਦੇ ਦਿੰਦੀ ਆ ਕਿਸੇ ਗੁਰਦੁਆਰੇ ਦੀ। ਸੋ ਇਸ ਸਮੁੱਚੀ ਜਾਣਕਾਰੀ ਜਿਹੜੀ ਆ ਉਹ ਸਾਨੂੰ ਦਿੱਤੀ ਆ। ਸੋ ਕਾਰ ਸੇਵਕ ਜਿਹੜੇ ਆ ਇਹਨਾਂ ਨੂੰ ਵੀ ਇਸ ਚੀਜ਼ ਦੇ ਉੱਤੇ ਸੁਹਿਰਦਤਾ ਦੇ ਨਾਲ ਸੋਚਣਾ ਚਾਹੀਦਾ ਕਿ ਕਿਹੜੀ ਚੀਜ਼ ਨੂੰ ਅਸੀਂ ਸਾਂਭ ਸਕਦੇ ਹਾਂ ਤੇ ਉਸ ਨੂੰ ਸਾਂਭ ਕੇ ਰੱਖਿਆ ਜਾਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਆ ਉਹ ਅੱਛੇ ਤਰੀਕੇ ਨਾਲ ਉਸ ਚੀਜ਼ ਨੂੰ ਦੇਖਣ, ਉਸ ਤੋਂ ਕੋਈ ਚੀਜ਼ ਗਿਆਨ ਜਿਹੜਾ ਆ ਉਹ ਲੈਣ, ਉਸ ਤੋਂ ਗਿਆਨ ਜਿਹੜਾ ਉਹ ਗ੍ਰਹਿਣ ਵੀ ਕਰਨ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਖ-ਵੱਖ ਟੌਪਿਕ ਜਿਹੜੇ ਆ ਉਹ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਵੀ ਸਿੱਖ ਚੈਨਲ ਨੂੰ ਸਪੋਰਟ ਜਿਹੜੀ ਆ ਉਹ ਕਰਦੇ ਰਹੋ। ਨਵੇਂ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਉਂਦੇ ਆ। ਸੋ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।